ਆਪਾਂ ਗੱਲ ਕਰ ਰਹੇ ਸੀਗੇ ਕਿ ਕਿਵੇਂ ਸਿੱਖਾਂ ਨੇ ਆਪਣੇ ਜਿਹੜੇ ਰੋਜ਼ਮਰਾ ਦੀਆਂ ਚੀਜ਼ਾਂ ਨੇ ਜਾਂ ਜਿਹੜੀਆਂ ਜੋ ਸਾਨੂੰ ਕਰਨਾ ਸੀ ਭਾਵ ਨਾਲ, ਅਸੀਂ ਉਹਨਾਂ ਨੂੰ ਵਿੱਚੋਂ ਭਾਵ ਹੌਲੀ ਹੌਲੀ ਮਾਈਨਸ ਕਰਕੇ ਔਰ ਅਸੀਂ ਉਹਨਾਂ ਨੂੰ ਇੱਕ ਕਰਮ ਕਾਂਡ ਦੀ ਹੀ ਕੰਟੀਨਿਊਟੀ ਦੇ ਵਿੱਚ ਲੈ ਆਏ। ਬੇਸ਼ੱਕ ਉਹ ਸਾਡੀਆਂ ਸੁਖਮਨੀ ਸਾਹਿਬ ਦੀਆਂ ਸੁਸਾਇਟੀਜ਼ ਬਣ ਗਈਆਂ ਜਾਂ ਅਸੀਂ ਅਖੰਡ ਪਾਠ ਜਿਹੜੇ UK ਤੋਂ ਅਸੀਂ ਉੱਥੇ ਪੈਸੇ ਭੇਜ ਦਿੰਦੇ ਹਾਂ ਕਿ ਸਾਡਾ ਅਖੰਡ ਪਾਠ ਕਰ ਦਿਓ ਜੀ, ਅਤੇ ਫਿਰ ਹੁਕਮਨਾਮਾ ਵੀ ਅੱਜ ਕੱਲ੍ਹ ਡਿਜੀਟਲ ਹੋ ਗਿਆ, ਉਹ ਵੀ ਸਾਡੇ ਕੋਲ ਪਰਸਨਲ ਹੁਕਮਨਾਮਾ ਵੀ ਆ ਜਾਂਦਾ। ਉਹ ਸਾਰਾ ਕੁਛ ਅਸੀਂ ਕਰਮ ਕਾਂਡ ਦੇ ਅੰਡਰ ਲੈ ਕੇ ਆ ਗਏ ਹਾਂ। ਬੇਸ਼ੱਕ ਉਹਦੇ ਵਿੱਚ ਅਸੀਂ ਕਹੀਏ ਕਿ ਨਹੀਂ ਸਾਡੀ ਸ਼ਰਧਾ ਆ, ਪਰ ਤੁਹਾਡੀ ਸ਼ਰਧਾ ਸਿਰਫ ਇਹਦੇ 'ਚ ਨਹੀਂ ਸੀ ਹੋਣੀ ਕਿ ਤੁਸੀਂ ਕਿਸੇ ਨੂੰ ਕਹਿ ਦਿਓ ਕਿ ਤੂੰ ਮੇਰੇ ਲਈ ਅਖੰਡ ਪਾਠ ਕਰ ਦੇ। ਤੁਹਾਡੀ ਸ਼ਰਧਾ ਇਹਦੇ 'ਚ ਹੋਣੀ ਚਾਹੀਦੀ ਸੀ ਕਿ ਤੁਹਾਡਾ ਗੁਰੂ ਕਹਿ ਕੀ ਰਿਹਾ ਆ, ਔਰ ਗੁਰੂ ਕਹਿ ਕੀ ਰਿਹਾ ਜਦ ਤੱਕ ਤੁਸੀਂ ਉਸ ਨੂੰ ਬੈਠ ਕੇ ਸੁਣੋਗੇ ਨਾ, ਸਮਝੋਗੇ ਨਾ। ਇਹ ਬਿਲਕੁਲ ਉਵੇਂ ਹੀ ਹੋ ਗਿਆ ਕਿ ਜਿਵੇਂ ਮੈਨੂੰ ਮੇਰੀ ਦਾਦੀ ਨਾਲ ਬਹੁਤ ਪਿਆਰ ਆ, ਪਰ ਮੈਂ ਆਪਣੀ ਦਾਦੀ ਦੀ ਗੱਲ ਕੋਈ ਸੁਣਨੀ ਨਹੀਂ। ਹਾਂ, ਉਹਨੂੰ ਮੈਂ ਕੱਪੜੇ ਬਣਾ ਕੇ ਦੇ ਸਕਦੀ ਹਾਂ, ਉਹਨੂੰ ਮੈਂ ਹੋਰ ਜੋ ਮਰਜ਼ੀ ਸ਼ਾਲ ਲੈ ਕੇ ਦੇ ਦਾਂ, ਮੇਰੀ ਮਰਜ਼ੀ ਆ, ਮੇਰਾ ਪਿਆਰ ਆ, ਪਰ ਮੈਂ ਉਹਦੀ ਗੱਲ ਨਹੀਂ ਸੁਣਨੀ। ਉਹਦੇ ਨਾਲ ਇੱਕ ਡਿਸਰਿਸਪੈਕਟ ਆ। ਸਾਡਾ ਜਿਹੜਾ ਗੁਰੂ ਆ ਉਹ ਤਾਂ ਸਾਨੂੰ ਦੇਣਹਾਰ ਆ, ਉਹ ਤਾਂ ਸਾਨੂੰ ਦਿੰਦਾ। ਸਾਡੀਆਂ ਝੋਲੀਆਂ ਅੱਡੀਆਂ ਹੁੰਦੀਆਂ ਆ, ਅਸੀਂ ਉਹਨੂੰ ਕੁਛ ਨਹੀਂ ਦੇ ਸਕਦੇ। ਸਿਰਫ ਅਸੀਂ ਜੇ ਕੁਛ ਕਰ ਸਕਦੇ ਹਾਂ ਤਾਂ ਉਹ ਇਹ ਆ ਕਿ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਇਕੱਲੀ ਇਕੱਲੀ ਗੱਲ ਨੂੰ ਸਮਝਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਜੀ। ਸਭ ਤੋਂ ਪਹਿਲਾਂ ਤਾਂ ਅੱਜ ਦਾ ਐਪੀਸੋਡ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੀ ਸਾਰਿਆਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਤੁਸੀਂ ਆਪਣੀਆਂ ਈਮੇਲਸ ਮੈਨੂੰ ਭੇਜਦੇ ਰਹਿੰਦੇ ਹੋ, ਔਰ ਮੈਂ ਹਰ ਇੱਕ ਈਮੇਲ ਦਾ ਕੋਸ਼ਿਸ਼ ਕਰਦੀ ਹਾਂ ਕਿ ਜਵਾਬ ਦਿੱਤਾ ਜਾਏ। ਕੁਝ ਈਮੇਲਸ ਐਸੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਸ਼ਾਇਦ ਜੇ ਕਿਸੇ ਨੇ ਇਹ ਵੀ ਲਿਖਿਆ ਹੁੰਦਾ ਹੈ ਨਾ ਕਿ ਤੁਸੀਂ ਚੰਗਾ ਕੀਤਾ ਆ ਜਾਂ ਕੁਛ ਵੀ, ਮੈਂ ਉਹਦਾ ਵੀ ਜ਼ਰੂਰ ਇੱਕ ਜਵਾਬ ਦਿੰਦੀ ਹੁੰਦੀ ਹਾਂ। ਪਰ ਕੁਛ ਜਿਹੜੇ ਈਮੇਲਸ ਹੁੰਦੇ ਉਹਨਾਂ ਵਿੱਚ ਤੁਸੀਂ ਆਪਣਾ ਨਾਮ ਨਹੀਂ ਲਿਖਦੇ, ਅਤੇ ਜਦੋਂ ਨਾਮ ਨਹੀਂ ਲਿਖਿਆ ਹੁੰਦਾ ਮੈਨੂੰ ਪਤਾ ਨਹੀਂ ਹੁੰਦਾ ਕਿ ਫਿਰ ਉਹ ਈਮੇਲ ਮੈਂ ਕਿਹਨੂੰ ਐਡਰੈਸ ਕਰਾਂ। ਇਸ ਕਰਕੇ ਆਪਣੀ ਈਮੇਲ ਦੇ ਵਿੱਚ ਆਪਣਾ ਨਾਮ ਬੇਸ਼ੱਕ ਤੁਸੀਂ ਇਹ ਜ਼ਰੂਰ ਲਿਖਿਆ ਕਰੋ ਕਿ ਤੁਸੀਂ ਕੌਣ ਹੋ, ਮੈਂ ਤੁਹਾਨੂੰ ਕਿਵੇਂ ਸੰਬੋਧਨ ਕਰਾਂ। ਤੋ ਇੰਨੀ ਇੱਕ ਮੇਰੀ ਬੇਨਤੀ ਪ੍ਰਵਾਨ ਕਰੋ। ਔਰ ਬਾਕੀ ਜਿੰਨੀਆਂ ਵੀ ਤੁਸੀਂ ਈਮੇਲਸ ਕਰਦੇ ਹੋ, ਜਦੋਂ ਮੈਂ ਤੁਹਾਨੂੰ ਜਵਾਬ ਦਿੰਦੀ ਹਾਂ, ਅਗਰ ਤੁਹਾਨੂੰ ਉਹਦੇ ਵਿੱਚ ਕੋਈ ਵੀ ਕੁਐਸਚਨ ਹੈ ਤਾਂ ਤੁਸੀਂ ਮੈਨੂੰ ਦੁਬਾਰਾ ਈਮੇਲ ਕਰ ਸਕਦੇ ਹੋ। ਪਿਛਲੇ ਕੁਛ ਜਿਹੜੇ ਐਪੀਸੋਡਸ ਨੇ ਉਹਨਾਂ ਦੇ ਵਿੱਚ ਆਪਾਂ ਬਹੁਤ ਗੱਲਾਂ ਕੀਤੀਆਂ ਨੇ। ਮੈਂ ਉਹਨੂੰ ਡਿਸਕਸ਼ਨ ਹੀ ਕਹੂੰਗੀ, ਕਿਉਂਕਿ ਜੇ ਮੈਂ ਇਹ ਕਹਾਂ ਕਿ ਸ਼ਬਦ ਗੁਰੂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ, ਸ਼ਾਇਦ ਉਹ ਗੱਲ ਅਤ ਕਥਨੀ ਜੀ ਹੋ ਜੂਗੀ ਜਾਂ ਬਹੁਤ ਵਧਾ ਚੜ੍ਹਾ ਕੇ ਕਹਿਣ ਵਾਲੀ ਗੱਲ ਹੋ ਜੂਗੀ। ਸ਼ਬਦ ਗੁਰੂ ਨੂੰ ਸਮਝਣ ਦੀ ਕੋਸ਼ਿਸ਼ ਤਾਂ ਸ਼ਾਇਦ ਜਿਹੜੀ ਸਾਡੀ ਬੁੱਧੀ ਹੈ ਉਹਦੇ ਵਿੱਚ ਨਹੀਂ ਹੋ ਸਕਦੀ। ਆਪਾਂ ਡਿਸਕਸ ਕਰ ਸਕਦੇ ਹਾਂ। ਸ਼ਬਦ ਗੁਰੂ ਮੈਂ ਬੜੀ ਵਾਰੀ ਪਹਿਲਾਂ ਵੀ ਕਿਹਾ ਆ ਕਿ ਇਹ ਪ੍ਰੈਕਟੀਕਲ ਵਰਤਾਰਾ, ਪਰ ਤੁਸੀਂ ਇਹਨੂੰ ਪ੍ਰੈਕਟੀਕਲੀ ਸਮਝ ਸਕਦੇ ਹੋ ਕਿ ਸ਼ਬਦ ਗੁਰੂ ਕੀ ਆ। ਆਪਾਂ ਇਹਨੂੰ ਪ੍ਰੈਕਟੀਕਲਿਟੀ ਦੇ ਵਿੱਚ ਤਾਂ ਲੈ ਕੇ ਆ ਸਕਦੇ ਹਾਂ, ਪਰ ਜੇ ਆਪਾਂ ਇਹ ਸੋਚੀਏ ਕਿ ਆਪਾਂ ਇਹਨੂੰ ਸਮਝ ਲਵਾਂਗੇ ਗਿਆਨ ਦੇ ਨਾਲ ਜਾਂ ਬੁੱਧੀ ਦੇ ਨਾਲ, ਉਹ ਪੋਸੀਬਿਲਿਟੀ ਹੈ ਨਹੀਂ। ਇਸੇ ਕਰਕੇ ਮੈਂ ਬਾਰ-ਬਾਰ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੇਰੇ ਮੂੰਹ 'ਚੋਂ ਕਦੀ ਵੀ ਇਹ ਨਾ ਨਿਕਲੇ ਕਿ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਮੈਂ ਇਹ ਕਹਿੰਦੀ ਹਾਂ ਕਿ ਆਪਾਂ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਆ। ਜਿੰਨਾ ਵੀ ਅਸੀਂ ਡਿਸਕਸ ਕੀਤਾ, ਮੈਂ ਅੱਜ ਹੀ ਸਵੇਰੇ ਸੋਚਦੀ ਸੀ ਕਿ ਕਿਆ ਮੈਂ ਸਾਰਾ ਕੁਛ ਬੋਲ ਦਿੱਤਾ ਜੋ ਮੈਨੂੰ ਲੱਗਦਾ ਸੀਗਾ ਕਿ ਬੋਲਿਆ ਜਾਣਾ ਚਾਹੀਦਾ। ਫਿਰ ਵੀ ਉਸ ਸ਼ਬਦ ਗੁਰੂ ਦਾ, ਕਿਉਂਕਿ ਉਹ ਇੰਨਾ ਵਿਰਾਟ ਕੌਨਸੈਪਟ ਹੈ ਕਿ ਉਹਨੂੰ ਅਗਰ ਮੈਂ ਪ੍ਰੋਪਰ ਜਿੰਨਾ ਵੀ, ਪਤਾ ਨਹੀਂ, ਮੈਨੂੰ ਇਹ ਵੀ ਕਹਿਣਾ ਥੋੜ੍ਹਾ ਜਿਹਾ ਹਿਚਕਿਚਾਹਟ ਵਾਲੀ ਗੱਲ ਹੀ ਲੱਗਦੀ ਆ ਕਿ ਸ਼ਾਇਦ ਮੈਂ ਸਾਰਾ ਕੁਛ ਬੋਲ ਦਿੱਤਾ। ਜਿੰਨਾ ਕੁ ਮੇਰੇ ਪੱਲੇ ਹੈ ਮੈਂ ਓਨਾ ਕੁ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਆ। ਉਹ ਚਾਹੇ ਮੈਨੂੰ ਲੱਗਦਾ ਕਿ 1% ਜਾਂ ਉਹਦੇ ਤੋਂ ਵੀ ਘੱਟ ਹੋਊਗਾ, ਕਿਉਂਕਿ ਸ਼ਬਦ ਗੁਰੂ ਨੂੰ ਜੇ ਕੋਈ ਸਮਝਾ ਸਕਦਾ ਤਾਂ ਉਹ ਗੁਰੂ ਨਾਨਕ ਪਾਤਸ਼ਾਹ ਆਪ ਸਮਝਾ ਸਕਦੇ ਨੇ। ਬਾਕੀ ਤੁਸੀਂ ਅਸੀਂ ਆਪਸ ਦੇ ਵਿੱਚ ਡਿਸਕਸ਼ਨ ਕਰ ਸਕਦੇ ਹਾਂ ਗੁਰਬਾਣੀ ਦਾ ਓਟ ਆਸਰਾ ਲੈ ਕੇ, ਔਰ ਇਸ ਪਾਸੇ ਨੂੰ ਜਾ ਸਕਦੇ ਹਾਂ ਕਿ ਕਿਵੇਂ ਸ਼ਬਦ ਗੁਰੂ ਦੇ ਲੜ ਲੱਗਿਆ ਜਾਏ ਗੁਰਬਾਣੀ ਦੇ ਓਟ ਆਸਰੇ ਦੇ ਨਾਲ। ਇਸ ਕਰਕੇ ਜਿਹੜੀਆਂ ਪਿਛਲੀਆਂ ਕੁਛ ਐਪੀਸੋਡਸ ਨੇ ਸ਼ਬਦ ਗੁਰੂ ਦੇ ਉੱਤੇ ਜਿਹੜੇ ਬਣੇ ਨੇ, ਉਹ ਥੋੜ੍ਹੇ ਲੰਬੇ ਹੋ ਗਏ। ਮੈਨੂੰ ਲੱਗਦਾ 3-4 ਐਪੀਸੋਡਸ ਆਪਾਂ ਸ਼ਬਦ ਗੁਰੂ ਦੇ ਉੱਤੇ ਹੀ ਕੀਤੇ ਨੇ। ਅਜੇ ਵੀ ਮੈਨੂੰ ਲੱਗਦਾ ਬਹੁਤ ਕੁਛ ਮਿਸਿੰਗ ਆ। ਪਰ ਮੈਂ ਅੱਜ ਜਦੋਂ ਸਵੇਰੇ ਇਹਦੇ ਵਾਸਤੇ ਅੱਜ ਦੇ ਐਪੀਸੋਡ ਵਾਸਤੇ ਮੈਂ ਤਿਆਰੀ ਕਰ ਰਹੀ ਸੀਗੀ, ਮੈਨੂੰ ਲੱਗਾ ਕਿ ਮੈਨੂੰ ਸਭ ਤੋਂ ਪਹਿਲਾਂ ਇੱਕ ਸਾਨੂੰ ਜਿੱਦਾਂ ਆਪਾਂ ਕਹਿੰਦੇ ਨਾ ਕਿ ਹੁੱਕ ਟੂ ਆਰ ਐਂਕਰ, ਉੱਥੋਂ ਤੱਕ ਆਪਾਂ ਦੁਬਾਰਾ ਜਾਣਾ ਪਊਗਾ ਕਿ ਅਸੀਂ ਇਹ ਗੱਲ ਸ਼ੁਰੂ ਕਦੋਂ ਕੀਤੀ ਸੀਗੀ, ਕਿਉਂ ਸ਼ੁਰੂ ਕੀਤੀ ਸੀ। ਇਸ ਕਰਕੇ ਉਹ ਜ਼ਰੂਰੀ ਆ। ਆਪਾਂ ਗੱਲ ਕਰ ਰਹੇ ਸੀਗੇ, ਸਾਨੂੰ ਉਹ ਥੋੜ੍ਹਾ ਜਿਹਾ ਰੀਕੈਪ ਦੇਣਾ ਮੈਂ ਚਾਹੂੰਗੀ ਤੁਹਾਨੂੰ।
ਆਪਾਂ ਗੱਲ ਕਰ ਰਹੇ ਸੀਗੇ ਕਿ ਕਿਵੇਂ ਸਿੱਖਾਂ ਨੇ ਆਪਣੇ ਜਿਹੜੇ ਰੋਜ਼ਮਰਾ ਦੀਆਂ ਚੀਜ਼ਾਂ ਨੇ ਜਾਂ ਜਿਹੜੀਆਂ ਜੋ ਸਾਨੂੰ ਕਰਨਾ ਸੀ ਭਾਵ ਨਾਲ, ਅਸੀਂ ਉਹਨਾਂ ਨੂੰ ਵਿੱਚੋਂ ਭਾਵ ਹੌਲੀ ਹੌਲੀ ਮਾਈਨਸ ਕਰਕੇ ਔਰ ਅਸੀਂ ਉਹਨਾਂ ਨੂੰ ਇੱਕ ਕਰਮ ਕਾਂਡ ਦੀ ਹੀ ਕੰਟੀਨਿਊਟੀ ਦੇ ਵਿੱਚ ਲੈ ਆਏ। ਜਿਸ ਤਰੀਕੇ ਨਾਲ ਬੇਸ਼ੱਕ ਉਹ ਸਾਡੀਆਂ ਸੁਖਮਨੀ ਸਾਹਿਬ ਦੀਆਂ ਸੁਸਾਇਟੀਜ਼ ਬਣ ਗਈਆਂ, ਜਾਂ ਅਸੀਂ ਅਖੰਡ ਪਾਠ ਜਿਹੜੇ UK ਤੋਂ ਅਸੀਂ ਉੱਥੇ ਪੈਸੇ ਭੇਜ ਦਿੰਦੇ ਹਾਂ ਕਿ ਸਾਡਾ ਅਖੰਡ ਪਾਠ ਕਰ ਦਿਓ ਜੀ, ਅਤੇ ਫਿਰ ਹੁਕਮਨਾਮਾ ਵੀ ਅੱਜ ਕੱਲ੍ਹ ਡਿਜੀਟਲ ਹੋ ਗਿਆ, ਉਹ ਵੀ ਸਾਡੇ ਕੋਲ ਪਰਸਨਲ ਹੁਕਮਨਾਮਾ ਵੀ ਆ ਜਾਂਦਾ। ਉਹ ਸਾਰਾ ਕੁਛ ਅਸੀਂ ਕਰਮਕਾਂਡ ਦੇ ਅੰਡਰ ਲੈ ਕੇ ਆ ਗਏ ਹਾਂ। ਬੇਸ਼ੱਕ ਉਹਦੇ ਵਿੱਚ ਅਸੀਂ ਕਹੀਏ ਕਿ ਨਹੀਂ ਸਾਡੀ ਸ਼ਰਧਾ ਆ, ਪਰ ਤੁਹਾਡੀ ਸ਼ਰਧਾ ਸਿਰਫ ਇਹਦੇ 'ਚ ਨਹੀਂ ਸੀ ਹੋਣੀ ਕਿ ਤੁਸੀਂ ਕਿਸੇ ਨੂੰ ਕਹਿ ਦਿਓ ਕਿ ਤੂੰ ਮੇਰੇ ਲਈ ਅਖੰਡ ਪਾਠ ਕਰ ਦੇ। ਤੁਹਾਡੀ ਸ਼ਰਧਾ ਇਹਦੇ 'ਚ ਹੋਣੀ ਚਾਹੀਦੀ ਸੀ ਕਿ ਤੁਹਾਡਾ ਗੁਰੂ ਕਹਿ ਕੀ ਰਿਹਾ ਆ, ਔਰ ਗੁਰੂ ਕਹਿ ਕੀ ਰਿਹਾ ਜਦ ਤੱਕ ਤੁਸੀਂ ਉਸ ਨੂੰ ਬੈਠ ਕੇ ਸੁਣੋਗੇ ਨਾ, ਸਮਝੋਗੇ ਨਾ। ਇਹ ਬਿਲਕੁਲ ਉਵੇਂ ਹੀ ਹੋ ਗਿਆ ਕਿ ਜਿਵੇਂ ਮੈਨੂੰ ਮੇਰੀ ਦਾਦੀ ਨਾਲ ਬਹੁਤ ਪਿਆਰ ਆ, ਪਰ ਮੈਂ ਆਪਣੀ ਦਾਦੀ ਦੀ ਗੱਲ ਕੋਈ ਸੁਣਨੀ ਨਹੀਂ। ਹਾਂ, ਉਹਨੂੰ ਮੈਂ ਕੱਪੜੇ ਬਣਾ ਕੇ ਦੇ ਸਕਦੀ ਹਾਂ, ਉਹਨੂੰ ਮੈਂ ਹੋਰ ਜੋ ਮਰਜ਼ੀ ਸ਼ਾਲ ਲੈ ਕੇ ਦੇ ਦਾਂ, ਮੇਰੀ ਮਰਜ਼ੀ ਆ, ਮੇਰਾ ਪਿਆਰ ਆ, ਪਰ ਮੈਂ ਉਹਦੀ ਗੱਲ ਨਹੀਂ ਸੁਣਨੀ। ਉਹਦੇ ਨਾਲ ਇੱਕ ਡਿਸਰਿਸਪੈਕਟ ਆ। ਔਰ ਸਾਡਾ ਜਿਹੜਾ ਗੁਰੂ ਆ ਉਹ ਤਾਂ ਸਾਨੂੰ ਦੇਣਹਾਰ ਆ, ਉਹ ਤਾਂ ਸਾਨੂੰ ਦਿੰਦਾ। ਸਾਡੀਆਂ ਝੋਲੀਆਂ ਅੱਡੀਆਂ ਹੁੰਦੀਆਂ ਆ, ਅਸੀਂ ਉਹਨੂੰ ਕੁਛ ਨਹੀਂ ਦੇ ਸਕਦੇ। ਸਿਰਫ ਅਸੀਂ ਜੇ ਕੁਛ ਕਰ ਸਕਦੇ ਹਾਂ ਅਤੇ ਉਹ ਇਹ ਆ ਕਿ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਇਕੱਲੀ ਇਕੱਲੀ ਗੱਲ ਨੂੰ ਸਮਝਿਆ ਜਾਵੇ, ਤਾਂ ਜੋ ਅਸੀਂ ਕਰਮ ਕਾਂਡਾਂ 'ਚ ਨਾ ਫਸ ਜਾਈਏ। ਅਸੀਂ ਜਿਹੜੇ ਇੱਥੋਂ ਤੱਕ ਕਿ ਆਪਾਂ ਜਦੋਂ ਸ਼ੁਰੂ ਕੀਤਾ ਸੀਗਾ ਇਹ ਪ੍ਰੋਗਰਾਮ, ਤਾਂ ਆਪਾਂ ਗੱਲ ਕੀਤੀ ਸੀਗੀ ਕਿ ਅਸੀਂ ਗੁਰਦੁਆਰੇ ਮੱਥਾ ਟੇਕਣਾ ਵੀ ਕਰਮ ਕਾਂਡ ਬਣਾ ਲਿਆ। ਔਰ ਉਹ ਸਾਰੀਆਂ ਜਿਹੜੀਆਂ ਗੱਲਾਂ ਦੇ ਵਿੱਚੋਂ ਗੱਲ ਆਪਣੀ ਚੱਲਦੀ ਚੱਲਦੀ ਇੱਥੋਂ ਤੱਕ ਪਹੁੰਚੀ ਸੀ ਕਿ ਜੇ ਸਿੱਖਾਂ ਨੇ ਬਾਕੀ ਸਾਰਾ ਕੁਝ ਛੱਡ ਕੇ ਸਿਰਫ ਆਪਣੀ ਅਰਦਾਸ ਦੇ ਉੱਪਰ ਹੀ ਧਿਆਨ ਧਰਿਆ ਹੁੰਦਾ ਨਾ, ਜੋ ਅਸੀਂ ਅਰਦਾਸ ਕਰਦੇ ਹਾਂ, ਜੇ ਅਸੀਂ ਅਰਦਾਸ ਦੇ ਇਕੱਲੇ ਇਕੱਲੇ ਅੱਖਰ ਨੂੰ, ਉਸ ਦੇ ਪਿੱਛੇ ਛਿਪੇ ਹੋਏ ਹਰ ਇੱਕ ਮਤਲਬ ਨੂੰ ਜੇ ਅਸੀਂ ਧਿਆਨ ਨਾਲ ਸਮਝਿਆ ਹੁੰਦਾ, ਸਮਝ ਕੇ ਆਪਣੇ ਅੰਦਰ ਵਸਾਇਆ ਹੁੰਦਾ, ਤਾਂ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਕਿਰਦਾਰ ਸਾਡੇ ਗੁਰੂ ਸਾਹਿਬਾਨਾਂ ਨੇ, 10 ਗੁਰੂ ਸਾਹਿਬਾਨ ਨੇ ਕੰਸਟਰਕਟ ਕੀਤਾ ਸੀਗਾ, ਉਹ ਐਡੀ ਛੇਤੀ ਨਿਗਾਰ ਵੱਲ ਜਾ ਸਕਦਾ ਸੀ। ਮੇਰੀ ਅਕਸਰ ਹੀ ਕਈਆਂ ਨਾਲ ਗੱਲ ਹੁੰਦੀ ਆ, ਤਾਂ ਮੈਨੂੰ ਜਿਹੜੇ ਸਾਡੇ ਬਜ਼ੁਰਗ ਨੇ, ਜਿਹੜੇ ਚਿੰਤਕ ਨੇ, ਉਹ ਅਕਸਰ ਕਹਿ ਦਿੰਦੇ ਆ ਕਿ ਖਾਸ ਤੌਰ 'ਤੇ ਜਿਹੜੇ ਮਹਿੰਦਰ ਸਿੰਘ ਖਹਿਰਾ ਹੋਣੀ ਆ, ਉਹਨਾਂ ਨਾਲ ਮੇਰੀ ਗੱਲ ਹੁੰਦੀ ਉਹ ਮੈਨੂੰ ਬਾਰ-ਬਾਰ ਕਹਿ ਦਿੰਦੇ ਹੁੰਦੇ ਆ ਕਿ ਬੜਾ ਅਫਸੋਸ ਹੁੰਦਾ ਆ ਕਿ ਇੰਨਾ ਵੱਡਾ ਕਿਰਦਾਰ ਸਿਰਜਿਆ ਗਿਆ ਹੋਵੇ, ਐਡੀ ਵੱਡੀ ਕੌਮ ਸਿਰਜੀ ਗਈ ਹੋਵੇ, ਔਰ ਐਡੀ ਛੇਤੀ ਕੁਛ ਪੀੜ੍ਹੀਆਂ ਦੇ ਵਿੱਚ ਹੀ ਇੰਨੇ ਨਿਗਾਰ ਵੱਲ ਚਲ ਜਾਏ। ਉਹ ਕਿਉਂ ਆ? ਉਹ ਕਿਉਂ ਨਿਗਾਰ ਵੱਲ ਚਲੇ ਗਏ? ਕਿਉਂਕਿ ਅਸੀਂ ਆਪਣੇ ਗੁਰੂ ਨੂੰ ਸਿਰਫ ਅਸੀਂ ਬਿਲਕੁਲ ਉਹ ਜਿਸ ਤਰੀਕੇ ਨਾਲ ਮੂਰਤੀ ਪੂਜਾ ਤੋਂ ਗੁਰੂ ਸਾਡੇ ਨੇ ਮਨ੍ਹਾ ਕੀਤਾ ਨਾ, ਅਸੀਂ ਉਸੇ ਤਰੀਕੇ, ਉਸੇ ਵਰਤਾਰੇ ਦੇ ਵਿੱਚ ਆ ਗਏ। ਅਸੀਂ ਆਪਣੇ ਗੁਰੂ ਨੂੰ ਸਮਝਣਾ ਹੀ ਨਹੀਂ ਚਾਹਿਆ। ਅਸੀਂ ਕੁਛ ਨਹੀਂ ਸੋਚਣਾ ਚਾਹਿਆ ਕਿ ਉਹਦੇ ਵਿੱਚ ਹੈ ਕੀ, ਉਹ ਸਾਨੂੰ ਕਹਿ ਕੀ ਰਹੇ ਆ। ਸੋ ਇਹ ਜਿਹੜਾ ਆਪਣੀਆਂ ਪੁਰਾਣੀਆਂ ਜਿਹੜੀਆਂ ਸੀਗੀਆਂ, ਅਸੀਂ ਜਿਹੜੇ ਐਪੀਸੋਡ ਸੀ ਉਹਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਅਰਦਾਸ ਦੀ। ਆਪਣਾ ਇਹ ਫੈਸਲਾ ਹੋਇਆ ਤੁਹਾਡਾ ਮੇਰਾ ਸਾਂਝਾ ਕਿ ਅਸੀਂ ਅਰਦਾਸ ਨੂੰ ਹੀ ਸਮਝਣਾ ਸ਼ੁਰੂ ਕਰੀਏ, ਕਿਉਂਕਿ ਅਰਦਾਸ ਦੇ ਵਿੱਚ ਮੈਨੂੰ ਲੱਗਦਾ ਕਿ ਸਾਡਾ ਸਾਰਾ ਇਤਿਹਾਸ ਵੀ ਆ ਜਾਂਦਾ। ਅਰਦਾਸ ਦੇ ਵਿੱਚ ਸਾਡਾ ਇੱਕ ਓਂਕਾਰ ਦਾ ਫਲਸਫਾ ਵੀ ਆ ਜਾਂਦਾ, ਹਰ ਇੱਕ ਚੀਜ਼ ਆ ਜਾਂਦੀ ਹੈ। ਤਾਂ ਅਗਰ ਆਪਾਂ ਉਹਨੂੰ ਸਮਝ ਲਈਏ, ਅਗਰ ਆਪਾਂ ਇਹੀ ਦੇਖ ਲਈਏ ਕਿ ਜਦੋਂ ਅਸੀਂ ਅਰਦਾਸ ਦੇ ਵਿੱਚ ਸ਼ਾਮਲ ਹੁੰਦੇ ਹਾਂ ਤਾਂ ਹਰ ਇੱਕ ਅੱਖਰ ਦੇ ਨਾਲ ਅਸੀਂ ਆਪਣੇ ਅੰਦਰ ਕੀ ਵਸਾਉਣਾ, ਤਾਂ ਕਾਫੀ ਕੁਛ ਜਿਹੜਾ ਆ ਉਹ ਸਾਡਾ ਜਿਹੜਾ ਕਿਰਦਾਰ ਆ ਉਹ ਵਾਪਸ ਔਨ ਟਰੈਕ ਆਉਣਾ ਸ਼ੁਰੂ ਹੋ ਜਾਊਗਾ। ਇਸੇ ਤੋਂ ਸਾਡਾ ਜਿਹੜਾ ਅਸੀਂ ਸ਼ੁਰੂ ਕੀਤਾ ਸੀਗਾ ਉਹ ਸੀਗਾ ਇੱਕ ਓਂਕਾਰ, ਕਿਉਂਕਿ ਅਰਦਾਸ ਸ਼ੁਰੂ ਹੁੰਦੀ ਆ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਹੁਣ ਇੱਕ ਓਂਕਾਰ ਦੀ ਜਦੋਂ ਆਪਾਂ ਗੱਲ ਕੀਤੀ ਸੀਗੀ ਤਾਂ ਜਸਟ ਇੱਕ ਰੀਕੈਪ, ਔਰ ਅੱਜ ਤੋਂ ਜਦੋਂ ਵੀ ਆਪਾਂ ਇੱਕ ਅਰਦਾਸ ਦੇ ਵਿੱਚ ਖੜੀਏ, ਮੈਂ ਪਹਿਲਾਂ ਵੀ ਇਹ ਤੁਹਾਨੂੰ ਬੇਨਤੀ ਕੀਤੀ ਸੀ, ਅੱਜ ਫੇਰ ਕਰ ਰਹੀ ਹਾਂ ਕਿ ਜਦੋਂ ਵੀ ਇੱਕ ਓਂਕਾਰ ਆਏ ਤਾਂ ਅਸੀਂ ਇਹ ਸੋਚੀਏ, ਆਪਣੀਆਂ ਅੱਖਾਂ ਬੰਦ ਕੀਤੀਆਂ ਹੋਣ ਔਰ ਇਹ ਅੰਦਰ ਸਾਡੇ ਉਤਰੇ, ਇਹ ਗੱਲ ਸਾਡੇ ਅੰਦਰ ਉਤਰੇ ਕਿ ਇੱਕ ਜਦੋਂ ਹੋਵੇ ਤਾਂ ਪਤਾ ਲੱਗੇ ਤੁਹਾਡੀ ਕੌਨਸ਼ੀਅਸਨੈਸ ਨੂੰ, ਤੁਹਾਡੀ ਜਿਹੜੀ ਚੇਤਨਤਾ ਹੈ ਉਹ ਉਸ ਇੱਕ ਬ੍ਰਹਿਮੰਡ ਦੀ ਉਸ ਅਨਹਦ ਨਾਦ ਨੂੰ ਮਹਿਸੂਸ ਕਰੇ ਕਿ ਉਹ ਇੱਕ ਅਨਹਦ ਨਾਦ ਹੈ ਜੋ ਹਰ ਇੱਕ ਧੁਰਾ ਬਣ ਕੇ, ਜੋ ਸ਼ਬਦ ਰੂਪ ਦੇ ਵਿੱਚ ਸਥਾਪਿਤ ਹੈ, ਔਰ ਉਹ ਧੁਰਾ ਬਣ ਕੇ ਸਾਰੇ ਬ੍ਰਹਿਮੰਡ ਨੂੰ ਘੁਮਾ ਰਿਹਾ ਜਾਂ ਉਹ ਚਲਾ ਰਿਹਾ ਆ। ਉਸ ਏਕੇ ਜਿਹਦੀ ਆਪਾਂ ਏਕੇ ਦੀ ਗੱਲ ਕੀਤੀ ਸੀਗੀ, ਜਿਸ ਨੂੰ ਬਾਅਦ ਵਿੱਚ ਆਪਾਂ ਉਹਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਉਸ ਏਕੇ ਦਾ ਫਿਰ ਪਸਾਰਾ ਹੁੰਦਾ ਆ, ਔਰ ਉਸ ਪਸਾਰੇ ਤੋਂ ਓਂਕਾਰ ਦਾ ਜਿਹੜਾ ਉਹ ਪਸਾਰਾ ਬਣ ਜਾਂਦਾ, ਉਹ ਪੂਰੀ ਸ੍ਰਿਸ਼ਟੀ ਦੀ ਰਚਨਾ ਹੋ ਜਾਂਦੀ ਹੈ। ਤਾਂ ਏਕਾ ਜਦੋਂ ਇੱਕ ਕਹੋ ਤਾਂ ਉਦੋਂ ਤੁਹਾਡੀ ਕੌਨਸ਼ੀਅਸਨੈਸ ਇਹ ਫੀਲ ਕਰੇ ਕਿ ਕੋਈ ਇੱਕ ਜਿਹੜਾ ਅਨਹਦ ਨਾਦ ਹੈ, ਉਹਦੇ ਨਾਲ ਤੁਹਾਡੀ ਸਾਹ ਦੀ ਜਿਹੜਾ ਨਾਦ ਤੁਹਾਡੇ ਅੰਦਰ ਚੱਲ ਰਿਹਾ, ਜੋ ਮਿਊਜ਼ਿਕ ਤੁਹਾਡੇ ਅੰਦਰ ਚੱਲ ਰਿਹਾ, ਜੋ ਇੱਕ ਸੁਰ ਤੁਹਾਡੇ ਅੰਦਰ ਚੱਲ ਰਿਹਾ, ਉਹ ਉਸ ਏਕੇ ਦੇ ਨਾਲ ਇੱਕਮਿਕ ਹੋਣਾ ਆ।
ਔਰ ਉਸ ਏਕੇ ਦਾ ਹੀ ਫਿਰ ਅੱਗੇ ਪਸਾਰਾ ਆ ਓਅੰਕਾਰ। ਇੱਕ ਓਅੰਕਾਰ ਜਦੋਂ ਇੱਥੋਂ ਤੱਕ ਆ ਗਿਆ, ਫਿਰ ਆਪਾਂ ਉਹ ਆਪ ਇਕੰਤੀ ਆਪ ਪਸਾਰਾ, ਇੰਨੀ ਕੁ ਗੱਲ ਆਪਾਂ ਇੱਕ ਓਅੰਕਾਰ ਜਦੋਂ ਕਹਿੰਦਾ ਆਪਾਂ ਕਹਿੰਦੇ ਹਾਂ ਤਾਂ ਇਹ ਗੱਲ ਸਾਨੂੰ ਮਹਿਸੂਸ ਹੋਣੀ ਚਾਹੀਦੀ ਆ, ਮੇਰੇ ਅੰਦਰ ਮਹਿਸੂਸ ਹੋਣੀ ਚਾਹੀਦੀ ਹੈ। ਜਦੋਂ ਮੈਂ ਅੱਖਾਂ ਬੰਦ ਕਰਾਂ ਔਰ ਅਰਦਾਸ ਦੇ ਵਿੱਚ ਮੈਂ ਸ਼ਾਮਲ ਹਾਂ ਤਾਂ ਮੇਰੀ ਜਿਹੜੀ ਚੇਤਨਤਾ ਆ ਉਹ ਉਸ ਦੇ ਨਾਲ ਇੱਕਮਿਕ ਹੋਣੀ ਚਾਹੀਦੀ ਆ। ਮੈਨੂੰ ਸਮਝ ਆਉਣੀ ਚਾਹੀਦੀ ਆ ਕਿ ਵਾਕਈ ਕੁਛ ਹੈ ਜਿਹਦਾ ਅੱਗੇ ਪਸਾਰਾ ਹੋਇਆ ਔਰ ਉਸ ਪਸਾਰੇ ਦੇ ਵਿੱਚੋਂ ਹੀ ਮੈਂ ਇੱਕ ਹਿੱਸਾ ਆ ਔਰ ਮੈਂ ਵਾਪਸ ਉਹਦੇ ਨਾਲ ਹੀ ਮਿਲਣਾ ਆ। ਉਹ ਆਤਮਾ ਅਤੇ ਪਰਮਾਤਮਾ ਦੀ ਨਿਰੰਤਰਤਾ ਨੂੰ ਮੇਰੀ ਚੇਤਨਤਾ ਸਮਝੇ। ਉਸ ਤੋਂ ਬਾਅਦ ਆਪਾਂ ਆ ਗਏ ਸੀਗੇ ਵਾਹਿਗੁਰੂ ਦੇ ਉੱਤੇ। ਹੁਣ ਜਦੋਂ ਵਾਹਿਗੁਰੂ ਦੀ ਗੱਲ ਕੀਤੀ ਤਾਂ ਵਾਹਿਗੁਰੂ ਦੇ ਵਿੱਚ ਫਿਰ ਸਾਡੇ ਕੋਲ ਦੋ ਗੱਲਾਂ ਆਉਂਦੀਆਂ ਹੈ, ਇੱਕ ਵਾਹਿ ਅਤੇ ਗੁਰੂ। ਦੋ ਹਿੱਸਿਆਂ ਦੇ ਵਿੱਚ ਆਪਾਂ ਇਹਨੂੰ ਡਿਸਕਸ ਕੀਤਾ ਸੀਗਾ। ਔਰ ਗੁਰੂ ਜੋ ਹੈ ਉਹ ਸ਼ਬਦ ਗੁਰੂ ਹੈ, ਕਿਉਂਕਿ ਆਪਾਂ ਪਹਿਲਾਂ ਹੀ ਗੱਲ ਕਰ ਲਈ ਕਿ ਏਕਾ ਜੋ ਹੈ ਉਹ ਸ਼ਬਦ ਰੂਪ ਵਿੱਚ ਸਥਾਪਿਤ ਹੈ। ਹੁਣ ਉੱਥੇ ਜਦੋਂ ਸਾਨੂੰ ਗੁਰਬਾਣੀ ਦੱਸਦੀ ਆ, ਓਏ ਜੋ ਦਿਸੇ ਅੰਬਰ ਤਾਰੇ ਕਿਨ ਓਏ ਚੀਤੇ ਚੀਤਣ ਹਾਰੇ। ਜਦੋਂ ਅਸੀਂ ਇਹ ਪੂਰੇ ਪਸਾਰੇ ਨੂੰ ਇੱਕ ਓਅੰਕਾਰ ਦੇ ਜ਼ਰੀਏ, ਜਦੋਂ ਮੈਂ ਇੱਕ ਓਅੰਕਾਰ ਅਰਦਾਸ ਦੇ ਵਿੱਚ ਸੁਣੂੰਗੀ ਤਾਂ ਮੇਰੇ ਦਿਮਾਗ ਦੇ ਵਿੱਚ, ਮੇਰੀ ਚੇਤਨਤਾ ਦੇ ਵਿੱਚ ਇਹ ਸਵਾਲ ਆਵੇ ਕਿ ਇਹ ਸਾਰਾ ਕੁਛ ਜਿਹੜਾ ਹੈ, ਜਾਂ ਉਹਦਾ ਸਵਾਲ ਦਾ ਜਵਾਬ ਤਾਂ ਆਪਾਂ ਪਹਿਲਾਂ ਹੀ ਸਾਡੀ ਚੇਤਨਤਾ ਨੂੰ ਮਿਲ ਗਿਆ, ਪਰ ਫਿਰ ਜਿਹੜਾ ਇਹ ਹੈ ਕਿ ਇਹ ਜਿਹੜੇ ਸਾਰੇ ਚੰਦ ਤਾਰੇ ਸੂਰਜ ਇਹ ਸਭ ਕਿਹਨੇ ਬਣਾਇਆ। ਕਹੋ ਰੇ ਪੰਡਿਤ ਅੰਬਰ ਕਾਸਿਓ ਲਾਗਾ ਬੂਝੇ ਬੂਝਣ ਹਾਰ ਸਬਾਗਾ ਸੂਰਜ ਚੰਦ ਕਰੇ ਉਜਿਆਰਾ ਸਭ ਮੈਂ ਪਸਰਿਆ ਬ੍ਰਹਮ ਪਸਾਰਾ। ਇਹ ਗੁਰਬਾਣੀ ਕਹਿੰਦੀ ਆ। ਜਦੋਂ ਵਾਹਿਗੁਰੂ ਕਹੀਏ ਤਾਂ ਉਦੋਂ ਸਾਡੇ ਰੋਮ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਵੇ ਕਿ ਪੂਰੀ ਸ੍ਰਿਸ਼ਟੀ ਦੇ ਵਿੱਚ ਸਭ ਮੈਂ ਪਸਰਿਆ ਬ੍ਰਹਮ ਪਸਾਰਾ, ਕਿ ਕੋਈ ਵੱਡਾ ਆ ਕੋਈ ਛੋਟਾ ਆ, ਤੁਹਾਡੇ ਹਿਸਾਬ ਨਾਲ ਕੋਈ ਜਾਨਵਰ ਹੈ, ਕੋਈ ਰੁੱਖ ਹੈ, ਤੁਹਾਡੇ ਹਿਸਾਬ ਨਾਲ ਜੋ ਵੀ ਹੈ ਉਹ ਸਭ ਦੇ ਵਿੱਚ ਬ੍ਰਹਮ ਪਸਾਰਾ ਪਸਰਿਆ ਹੋਇਆ। ਹੁਣ ਬ੍ਰਹਮ ਕੀ ਆ? ਸ਼ਬਦ ਬ੍ਰਹਮ ਹੈ। ਔਰ ਇਹ ਜਿਹੜੀ ਗੱਲ ਹੈ ਸ਼ਬਦ ਬ੍ਰਹਮ ਵਾਲੀ, ਇਹ ਹਰ ਧਰਮ ਜਿਹੜਾ ਆ ਉਹ ਇਸ ਚੀਜ਼ ਨੂੰ ਮੰਨਦਾ ਆ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਗੱਲ ਸਿਰਫ ਧਰਮ ਦੀ ਵੀ ਨਹੀਂ, ਇਹ ਸਾਇੰਸ ਵੀ ਮੰਨਦੀ ਹੈ, ਚਾਹੇ ਉਹ ਸਾਇੰਟੀਫਿਕ ਧਰਮ ਹੀ ਕਿਉਂ ਨਾ ਹੋਵੇ, ਇਹ ਇਸ ਚੀਜ਼ ਨੂੰ ਮੰਨਿਆ ਜਾਂਦਾ ਆ। ਉਹ ਜਿਹੜਾ ਸਭ ਮੈਂ ਪਸਰਿਆ ਬ੍ਰਹਮ ਪਸਾਰਾ, ਜਦੋਂ ਇਹ ਗੱਲ ਸਾਡੇ ਅੰਦਰੋਂ ਆ ਗਈ ਤਾਂ ਉਦੋਂ ਵਾਹਿਗੁਰੂ ਦਾ ਜਿਹੜਾ ਇੱਕ ਅਰਥ ਸਾਡੇ ਅੰਦਰ ਸਮਾ ਜਾਊਗਾ, ਜਿਹਦੇ ਵਿੱਚ ਅਸੀਂ ਇੱਕ ਦੂਜੇ ਨਾਲ ਦਵੇਸ਼, ਵੈਰ, ਵਿਰੋਧ, ਆਪਣੇ ਆਪ ਨੂੰ ਵੱਡਾ ਦੱਸਣਾ, ਬਾਕੀਆਂ ਨੂੰ ਛੋਟਾ ਦੱਸਣਾ, ਉਹ ਸਾਰਾ ਕੁਛ ਹੌਲੀ ਮਾਈਨਸ ਹੋਣਾ ਸ਼ੁਰੂ ਹੋ ਜਾਊਗਾ। ਜਿਹੜੀ ਈਗੋ ਹੈ, ਕਿਉਂਕਿ ਫਿਰ ਸਾਡਾ ਜਿਹੜਾ, ਜਦੋਂ ਅਸੀਂ ਸ਼ਬਦ ਨੂੰ ਬ੍ਰਹਮ ਮੰਨ ਕੇ ਔਰ ਦੇਖਾਂਗੇ ਕਿ ਸ਼ਬਦ ਹੀ ਗੁਰੂ ਹੈ ਨਾ, ਫਿਰ ਉਹ ਜਿਹੜੀ ਸਾਡੇ ਲੈਵਲ ਦੇ ਉੱਪਰ ਆਪਾਂ ਜਾਣਾ ਸ਼ੁਰੂ ਕਰੀਏ। ਇਹ ਵਾਹਿਗੁਰੂ ਸ਼ਬਦ ਆਉਣ ਦੇ ਨਾਲ ਜਦੋਂ ਅਸੀਂ ਬੋਲੀਏ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਤਾਂ ਉਦੋਂ ਵਾਹਿਗੁਰੂ ਕਹਿਣ ਦੇ ਨਾਲ ਹੀ ਮੇਰੀ ਚੇਤਨਤਾ ਮੈਨੂੰ ਇਹ ਜਵਾਬ ਦੇਵੇ ਕਿ ਸਭ ਕੋਈ ਇੱਕ ਹੈ, ਸਭ ਕੁਛ ਦੇ ਵਿੱਚ ਇੱਕੋ ਹੀ ਜੋਤ ਹੈ ਔਰ ਉਸੇ ਜੋਤ ਦਾ ਜਿਹੜਾ ਹਿੱਸਾ ਹੈ ਉਹ ਤੂੰ ਵੀ ਹੈ। ਤਾਂ ਫਿਰ ਮੇਰੇ ਅੰਦਰ ਕੋਈ ਈਗੋ ਜਾਂ ਮੈਂ ਵੱਡਾ ਉਹ ਨਹੀਂ ਰਹਿ ਸਕਦਾ। ਇੱਥੋਂ ਤੱਕ ਆਪਾਂ ਗੱਲ ਕੀਤੀ ਸੀਗੀ। ਅਗਲੀ ਗੱਲ ਜੋ ਹੁਣ ਆਉਂਦੀ ਆ ਉਹ ਆਉਂਦੀ ਹੈ ਜੀ, ਜਿਹਦੇ ਉੱਤੇ ਆਪਾਂ ਅੱਜ ਗੱਲ ਕਰਨੀ ਹੈ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਭਗੌਤੀ ਸਿਮਰ ਕੇ। ਹੁਣ ਇਹਦੇ ਵਿੱਚ 2 ਵਾਰੀ ਭਗੌਤੀ ਸ਼ਬਦ ਆਇਆ। ਅੱਜ ਜਿਹੜਾ ਆਪਣਾ ਐਪੀਸੋਡ ਹੈ ਉਹਦੇ ਵਿੱਚ ਅਸੀਂ ਭਗੌਤੀ ਸ਼ਬਦ ਦੇ ਉੱਤੇ ਹੀ ਡਿਸਕਸ਼ਨ ਕਰਨੀ ਹੈ। ਭਗੌਤੀ ਦੇ ਉੱਤੇ ਮੈਨੂੰ ਬਹੁਤ ਸਾਰੇ ਸਵਾਲ ਵੀ ਆਏ। ਜਦੋਂ ਪ੍ਰੋਗਰਾਮ ਸਾਡਾ ਸ਼ੁਰੂ ਵੀ ਹੋਇਆ ਉਦੋਂ ਵੀ ਬਹੁਤ ਸਾਰੇ ਕੁਐਸਚਨ ਆਏ ਕਿ ਭਗੌਤੀ ਕੀ ਹੈ, ਭਗੌਤੀ ਕੌਣ ਹੈ। ਕਈਆਂ ਨੇ ਟੌਂਟ, ਜਿੱਦਾਂ ਆਪਾਂ ਇੱਕ ਦੂਜੇ ਨੂੰ ਕੱਸਦੇ ਆ ਨਾ, ਕਿਉਂਕਿ ਸਾਡੀ ਕੌਮ ਦੀ ਇਹ ਤਰਾਸਦੀ ਆ, ਅਸੀਂ ਇੱਕ ਦੂਜੇ ਨੂੰ ਨੀਵਾਂ ਦਿਖਾ ਕੇ ਬਹੁਤ ਖੁਸ਼ ਹੁੰਦੇ ਹਾਂ। ਸਾਨੂੰ ਲੱਗਦਾ ਹੈ ਕਿ ਜੇ ਮੈਂ ਇਹ ਦੱਸਤਾ ਇਹਨੂੰ ਕਿ ਚੱਲ ਤੇਰੀ ਤਾਂ ਨੌਲੇਜ ਹੀ ਕੁਛ ਨਹੀਂ, ਮੇਰੀ ਨੌਲੇਜ ਬਹੁਤ ਆ, ਜਾਂ ਮੈਂ ਇਹਨੂੰ ਕਿਸੇ ਜਗ੍ਹਾ ਦੇ ਉੱਤੇ ਹਰਾ ਦਿੱਤਾ, ਮੈਂ ਚੈਂਪੀਅਨ। ਇੰਝ ਨਹੀਂ ਹੁੰਦਾ। ਆਪਾਂ ਸਾਰੇ ਹੀ ਇੱਕ ਪਲੇਟਫਾਰਮ ਦੇ ਉੱਤੇ ਡਿਸਕਸ ਕਰਦੇ ਹਾਂ। ਜਦੋਂ ਤੁਸੀਂ ਡਿਸਕਸ ਕਰੋਗੇ ਨਾ, ਉਹਦੇ ਵਿੱਚੋਂ ਕੋਈ ਨਾ ਕੋਈ ਜਵਾਬ ਨਿਕਲੂਗਾ, ਕੋਈ ਨਾ ਕੋਈ ਹੱਲ ਨਿਕਲੂਗਾ। ਜਦੋਂ ਅਸੀਂ ਈਗੋ ਦੇ ਵਿੱਚ ਆ ਕੇ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਕਰਦੇ ਹਾਂ, ਫਿਰ ਉਹਦੇ ਵਿੱਚੋਂ ਹੱਲ ਕਦੀ ਨਹੀਂ ਨਿਕਲਣਾ। ਫਿਰ ਉਹਦੇ ਵਿੱਚੋਂ ਸਿਰਫ ਜਿਹੜੇ ਪੇਚ ਨੇ ਉਹ ਹੋਰ ਗੁੰਝਲਦਾਰ ਹੁੰਦੇ ਜਾਣੇ ਆ। ਫਿਰ ਤੁਸੀਂ ਮੇਰੇ 'ਤੇ, ਮੈਂ ਤੁਹਾਡੇ ਦੇ ਉੱਤੇ, ਬਸ ਇਹੀ ਇੱਕ ਸਿਲਸਿਲਾ ਚੱਲ ਪੈਣਾ ਆ। ਫਿਰ ਜਿਸ ਤਰੀਕੇ ਨਾਲ ਅਸੀਂ ਬਹੁਤ ਸਾਰੀਆਂ ਕੰਪਲੈਕਸਿਟੀਜ਼ ਦੇਖਦੇ ਹਾਂ, ਫਿਰ ਉਹ ਕੰਪਲੈਕਸ ਹੁੰਦਾ ਜਾਂਦਾ ਆ। ਮੈਂ ਪਹਿਲਾਂ ਵੀ ਬੜੀ ਵਾਰੀ ਆਪਣੇ ਪ੍ਰੋਗਰਾਮ ਦੇ ਜ਼ਰੀਏ ਸਾਰਿਆਂ ਨੂੰ ਰਿਕੁਐਸਟ ਕੀਤੀ ਆ, ਫਿਰ ਕਰ ਰਹੀ ਹਾਂ, ਹਮੇਸ਼ਾ ਕਰਦੀ ਰਹੂੰਗੀ
ਕਿ ਤੁਸੀਂ ਕਿਸੇ ਨਾਲ ਜਾਂ ਮੈਂ ਕਿਸੇ ਨਾਲ ਸਹਿਮਤ ਅਸਹਿਮਤ ਹੋ ਸਕਦੇ ਹਾਂ, ਪਰ ਉਸ ਸਹਿਮਤੀ ਅਸਹਿਮਤੀ ਨੂੰ ਅਸੀਂ ਆਪਣੀ ਈਗੋ ਨਾ ਬਣਾ ਲਈਏ। ਇਹ ਨਾ ਹੋ ਜਾਏ ਕਿ ਮੈਂ ਆਪਣੇ ਦਰਵਾਜ਼ੇ ਹੀ ਬੰਦ ਕਰਕੇ ਬੈਠ ਜਾ ਕਿ ਮੈਂ ਠੀਕ ਹਾਂ ਬਾਕੀ ਤਾਂ ਸਾਰੇ ਗਲਤ ਹੀ ਆ, ਉੱਥੇ ਗੜਬੜ ਹੋ ਜਾਂਦੀ ਆ। ਹੁਣ ਜਿਹੜਾ ਭਗੌਤੀ ਸ਼ਬਦ ਹੈ ਉਹਦੇ ਉੱਤੇ ਵੀ ਬਹੁਤ ਵਾਦ ਵਿਵਾਦ ਹੈ। ਜਿਵੇਂ ਮੈਂ ਦੱਸਿਆ, ਉਦੋਂ ਹਜੇ ਆਪਾਂ ਭਗੌਤੀ ਦੀ ਗੱਲ ਸ਼ੁਰੂ ਵੀ ਨਹੀਂ ਸੀ ਕੀਤੀ। ਉਦੋਂ ਸਿਰਫ ਆਪਾਂ ਗੱਲ ਸ਼ੁਰੂ ਕੀਤੀ ਸੀਗੀ ਜਿਸ ਬਾਰੇ ਆਪਾਂ ਗੱਲ ਕਰ ਰਹੇ ਸੀਗੇ, ਕਰਮ ਕਾਂਡਾਂ ਦੀ। ਤਾਂ ਉਸ ਕਰਮ ਕਾਂਡਾਂ ਦੇ ਵਿੱਚ ਪਹਿਲਾਂ ਤਾਂ ਮੈਂ ਬਹੁਤ ਸਾਰੇ ਪਹਿਲੀਆਂ ਐਪੀਸੋਡ ਦੇ ਵਿੱਚ ਹੀ ਕਹਿ ਦਿੱਤਾ ਸੀਗਾ ਕਿ ਮੈਨੂੰ ਕਿਸੇ ਵੀ ਰਿਲੀਜਨ ਦੇ ਨਾਲ ਕੋਈ ਪ੍ਰੋਬਲਮ ਨਹੀਂ ਆ। ਹਰ ਕੋਈ ਆਪਣਾ ਆਪਣਾ ਰਿਲੀਜਨ ਆਪਣੇ ਆਪਣੇ ਤਰੀਕੇ ਨਾਲ ਮੰਨਣ ਨੂੰ, ਰਿਸਪੈਕਟ ਕਰਨ ਨੂੰ ਬਿਲਕੁਲ ਆਜ਼ਾਦ ਆ। ਮੈਂ ਉਹਦੇ ਉੱਤੇ ਟਿੱਪਣੀ ਕਰਨ ਵਾਲੀ ਕੋਈ ਨਹੀਂ ਹੁੰਦੀ। ਪਰ ਜੇ ਕੋਈ ਸਾਡੇ ਰਿਲੀਜਨ ਦੇ ਉੱਤੇ, ਜੇ ਕੋਈ ਸਿੱਖੀ ਵਾਸਤੇ ਕੋਈ ਸਵਾਲ ਉਠਾਊਗਾ, ਉਹਦਾ ਜਵਾਬ ਸਾਨੂੰ ਦੇਣਾ ਜ਼ਰੂਰੀ ਹੋ ਜਾਊਗਾ ਔਰ ਅਸੀਂ ਦੇਵਾਂਗੇ। ਬਸ ਇੰਨੀ ਕੁ ਮੇਰੀ ਬੇਨਤੀ ਆ। ਤਾਂ ਬਹੁਤ ਸਾਰੇ ਲੋਕਾਂ ਨੇ ਭਗੌਤੀ ਦੇ ਉੱਤੇ ਮੈਨੂੰ ਸਵਾਲ ਵੀ ਕੀਤੇ, ਈਮੇਲਸ ਵੀ ਪਾਈਆਂ ਕਿ ਤੁਸੀਂ ਦੱਸ ਦਿਓ ਭਗੌਤੀ ਕੀ ਹੈ ਜੀ। ਭਗੌਤੀ ਅੱਜ ਜਿਹੜਾ ਪ੍ਰੋਗਰਾਮ ਹੈ, ਅੱਜ ਜਿਹੜਾ ਐਪੀਸੋਡ ਆ, ਆਪਾਂ ਭਗੌਤੀ ਦੇ ਉੱਤੇ ਹੀ ਕਰਨਾ। ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੇ ਵਾਦ ਵਿਵਾਦ ਨੇ, ਬਹੁਤ ਸਾਰੇ ਕੁਐਸਚਨਸ ਨੇ। ਕੁਝ ਕੁ ਕੁਐਸਚਨਸ ਤਾਂ ਮੈਨੂੰ ਬੜੇ ਅਜੀਬ ਵੀ ਲੱਗਦੇ, ਅਟਪਟੇ ਵੀ ਲੱਗਦੇ ਆ। ਕੁਛ ਮੈਨੂੰ ਥੋੜ੍ਹੇ ਜਿਹੇ ਠੀਕ ਲੱਗਦੇ ਆ, ਜਿਹੜੇ ਮੈਨੂੰ ਲੱਗਦੇ ਆ ਕਿ ਜੈਨੂਅਨ ਕੁਐਸਚਨਸ ਨੇ। ਜਿਹੜੇ ਜੈਨੂਅਨ ਕੁਐਸਚਨਸ ਨੇ ਉਹ ਮੈਨੂੰ ਲੱਗਦਾ 3 ਤਰ੍ਹਾਂ ਦੇ ਸਵਾਲ ਜਿਹੜੇ ਉੱਭਰ ਕੇ ਆਉਂਦੇ ਆ। ਇੱਕ ਤਾਂ ਬਹੁਤੇ ਜਿਹੜੇ ਸਾਡੇ ਬੁੱਧੀਜੀਵੀ ਆ ਉਹ ਇਹ ਕਹਿੰਦੇ ਆ ਕਿ ਜਿਹੜੀ ਅਰਦਾਸ ਹੈ ਉਹ 1920 ਦੇ ਵਿੱਚ ਹੋਂਦ ਵਿੱਚ ਆਈ ਆ। ਔਰ ਜਦੋਂ ਅਰਦਾਸ ਹੋਂਦ ਵਿੱਚ ਆਉਂਦੀ ਆ, ਉਸ ਤੋਂ ਪਹਿਲਾਂ ਅਰਦਾਸ ਦੀ ਰੂਪ ਰੇਖਾ ਇਹੋ ਜਿਹੀ ਨਹੀਂ ਸੀ, ਉਹਦੀ ਰੂਪ ਰੇਖਾ ਕੁਛ ਹੋਰ ਸੀ। 1920 ਦੇ ਵਿੱਚ ਜਿਹੜੀ ਇੱਕ ਕਮੇਟੀ ਬੈਠੀ ਜਿਨ੍ਹਾਂ ਨੇ ਅਰਦਾਸ ਦਾ ਜਿਹੜਾ ਰੂਪ ਰੇਖਾ, ਜੋ ਪ੍ਰੈਜ਼ੈਂਟ ਰੂਪ ਰੇਖਾ ਉਹ ਬਣਾਈ, ਤਾਂ ਉਹ ਅਲੱਗ-ਅਲੱਗ ਲੋਕ ਸੀ ਔਰ ਉਹਨਾਂ ਵਿੱਚੋਂ ਕੁਛ ਪੰਥਕ ਸੀ, ਕੁਛ ਨੌਨ ਪੰਥਕ ਸੀ। ਔਰ ਉਹ ਕਹਿੰਦੇ ਆ ਕਿ ਉਹਨਾਂ ਵਿੱਚੋਂ ਇੱਕ ਖਾਸ ਵਰਗ ਦੇ, ਇੱਕ ਖਾਸ ਸੋਚ ਦੇ ਲੋਕ ਜ਼ਿਆਦਾ ਬੈਠੇ ਹੋਏ ਸੀ ਜਿਹੜੇ ਆਪਣੇ ਧਰਮ ਨੂੰ ਸਾਡੇ ਉੱਤੇ ਥੋਪਣਾ ਚਾਹੁੰਦੇ ਸੀ। ਇਸ ਕਰਕੇ ਉਹਨਾਂ ਨੇ ਬੜੇ ਤਰੀਕੇ ਨਾਲ ਜਿਹੜਾ ਭਗੌਤੀ ਵਰਡ ਹੈ ਉਹਨੂੰ ਵਿੱਚ ਪਾ ਦਿੱਤਾ ਔਰ ਉਹਨੂੰ 2 ਵਾਰੀ ਸ਼ੁਰੂ ਦੇ ਵਿੱਚ ਹੀ ਪਾ ਦਿੱਤਾ। ਇੱਕ ਤਾਂ ਇਹ ਤਰਕ ਵਿਤਰਕ ਹੈ ਕਿ ਭਗੌਤੀ ਜਿਹੜਾ ਹੈ, ਕਿਉਂਕਿ ਇਹ ਬਕਾਇਦਾ ਜਿਹੜਾ ਸਾਨੂੰ ਸਾਰਿਆਂ ਨੂੰ ਪਤਾ ਕਿ ਇਹ ਜਿਹੜੀ ਰਚਨਾ ਹੈ ਉਹ ਦਸਮ ਗ੍ਰੰਥ ਦੇ ਵਿੱਚ ਹੈ, ਅਤੇ ਉਹਦੇ ਵਿੱਚੋਂ ਭਗੌਤੀ ਸ਼ਬਦ ਲਿਆ ਗਿਆ। ਸ਼੍ਰੀ ਭਗੌਤੀ ਜੀ ਸਹਾਏ, ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹ ਦਸਵੀਂ, ਉਹ ਉੱਥੋਂ ਲਾਈਨਾਂ ਲਈਆਂ ਗਈਆਂ। ਇਹ ਸਾਨੂੰ ਸਾਰਿਆਂ ਨੂੰ ਪਤਾ। ਤਾਂ ਉਹ ਬਹੁਤੇ ਜਿਹੜੇ ਉਹ ਇਹੀ ਮੰਨਦੇ ਨੇ ਕਿ ਇਹ ਜਿਹੜਾ ਇੱਕ ਕੌਨਸਪੀਰੇਸੀ ਦੇ ਅੰਡਰ ਹੋਇਆ ਆ। ਦੂਸਰੀ ਗੱਲ ਜਿਹੜੀ ਆ, ਕੁਛ ਲੋਕ ਇਹ ਕਹਿੰਦੇ ਆ ਔਰ ਉਹਨਾਂ ਦੇ ਵਿੱਚੋਂ ਹੀ ਜਿਹੜੇ ਬਕਾਇਦਾ ਜਿਹੜੇ ਇਹ ਮੰਨਦੇ ਆ ਕਿ ਉਦੋਂ ਇਹਨੂੰ ਇੱਕ ਕੌਨਸਪੀਰੇਸੀ ਦੇ ਅੰਡਰ ਸਾਡੀ ਅਰਦਾਸ ਵਿੱਚ ਪਾਇਆ ਗਿਆ, ਉਹੀ ਲੋਕ ਇਹ ਮੰਨਦੇ ਆ ਕਿ ਜਿਹੜੀ ਭਗੌਤੀ ਹੈ ਉਹ ਦੁਰਗਾ ਦੇਵੀ ਦੇ ਨਾਲ ਕਨੈਕਟਡ ਹੈ। ਉਹ ਦੁਰਗਾ ਦੇਵੀ ਨੂੰ, ਜਿਹੜੀ ਹਿੰਦੂਆਂ ਦੀ ਜੋ ਦੇਵੀ ਹੈ ਦੁਰਗਾ, ਉਹਦਾ ਸਿਨੋਨਿਮ ਹੈ। ਔਰ ਤੀਸਰੀ ਜਿਹੜੀ ਗੱਲ ਹੈ ਉਹ ਇਹ ਕਹਿੰਦੀ ਹੈ ਕਿ ਜਿਹੜੀ ਭਗੌਤੀ ਹੈ ਉਹ ਸੌਡ, ਜਿਹੜੀ ਤਲਵਾਰ ਹੈ ਜਾਂ ਕਿਰਪਾਨ, ਜਿਹੜੀ 2 ਧਾਰੀ ਤਲਵਾਰ ਹੈ, ਉਹਨੂੰ ਰਿਲੇਟ ਕਰਦੀ ਆ। ਫਿਰ ਉਹ ਕਹਿੰਦੇ ਆ ਕਿ ਅਗਰ ਇਹ ਗੱਲ ਸੱਚ ਹੈ, ਉਹਨੂੰ ਰਿਲੇਟ ਕਰਦੀ ਆ, ਤਾਂ ਫਿਰ ਕਿਆ ਸਾਨੂੰ ਅਰਦਾਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਪ੍ਰਥਮ ਭਗੌਤੀ ਸਿਮਰ ਕੇ ਸਾਨੂੰ ਪਹਿਲਾਂ ਭਗੌਤੀ ਨੂੰ ਸਿਮਰਨਾ ਚਾਹੀਦਾ ਹੈ? ਇਹ ਸਵਾਲ ਹੈ। ਹੁਣ ਇਹ ਗੱਲ ਜਿਹੜੀ ਹੈ, ਇਹ ਇੱਕ ਕੰਟਰੋਵਰਸੀ ਆ, ਇਹ ਵਾਦ ਵਿਵਾਦ ਆ। ਮੈਂ ਸੋਚਦੀ ਹੁੰਦੀ ਹਾਂ ਕਿ ਇਸ ਕੰਟਰੋਵਰਸੀ ਦਾ ਕੀਤਾ ਕੀ ਜਾਏ। ਤਾਂ ਮੈਨੂੰ ਅਕਸਰ ਇਹ ਜਵਾਬ ਆਉਂਦਾ ਹੁੰਦਾ ਹੈ ਕਿ ਨਾ ਤੁਹਾਨੂੰ ਨਾ ਮੈਨੂੰ, ਸਾਨੂੰ ਇਹ ਨਹੀਂ ਪਤਾ ਕਿ 1920 ਵਿੱਚ ਕੀ ਹੋਇਆ, ਕਿੱਦਾਂ ਹੋਇਆ। ਜੋ ਸਾਡੇ ਕੋਲ ਹੈ ਉਹ ਹਿਸਟੋਰੀਕਲ ਸੋਰਸਿਸ ਦੇ ਥਰੂ ਹੈ। ਆਪਾਂ ਕਰ ਕੀ ਸਕਦੇ ਹਾਂ? ਆਪਾਂ ਇਹ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਇੱਕ ਫੁਰਕਾਨ ਹੈ, ਸਾਡਾ ਇੱਕ ਪੈਰਾਮੀਟਰ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਕੋਈ ਚੀਜ਼ ਕਿਸੇ ਵੀ ਲਿਟਰੇਰੀ ਪੀਸ ਦੇ ਵਿੱਚੋਂ ਆਈ ਹੋਵੇ, ਕਿਸੇ ਵੀ ਜਗ੍ਹਾ ਤੋਂ ਆਈ ਹੋਵੇ, ਪਰ ਅਸੀਂ ਇਹ ਦੇਖਣਾ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਦੇ ਬਾਰੇ ਕੀ ਹੁਕਮ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਉਹਦੇ ਬਾਰੇ ਕੀ ਕਹਿੰਦੇ ਨੇ। ਜੇ ਤਾਂ ਉਹ ਚੀਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਕੋਰਡਿੰਗ ਕੁਛ ਵੀ ਫਿਲੋਸਫੀਕਲ ਹੈ, ਜੋ ਗੁਰੂ ਗ੍ਰੰਥ ਸਾਹਿਬ ਦੀ ਫਿਲੋਸਫੀ ਨਾਲ ਕੰਮ ਕਰਦੀ ਆ, ਤਾਂ ਉਹ ਸਾਡੀ ਹੈ। ਅਗਰ ਉਹ ਨਹੀਂ ਕੰਮ ਕਰਦੀ ਤਾਂ ਉਹ ਸਾਡੀ ਨਹੀਂ ਹੈ। ਬੜਾ ਕਲੀਅਰ ਕੱਟ ਜਿਹਾ ਇਹਦਾ ਪੈਰਾਮੀਟਰ ਹੈ, ਕਿਉਂਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਆ ਉਹ ਇੱਕ ਪੈਰਾਮੀਟਰ ਦੀ ਤਰ੍ਹਾਂ ਹੈਗੇ ਆ। ਸਾਡੇ ਕੋਲ ਇੱਕ ਅਥੋਰਿਟੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਅਸੀਂ ਕਦੀ ਵੀ
ਕਨਫਿਊਜ਼ਨ ਦੇ ਵਿੱਚ ਹੈਗੇ ਆ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ ਹੀ ਪੁੱਛਣਾ ਆ, ਉਹਨਾਂ ਦੀ ਹੀ ਸ਼ਰਨ ਦੇ ਵਿੱਚ ਜਾਣਾ ਆ ਕਿ ਪਾਤਸ਼ਾਹ ਤੁਸੀਂ ਦੱਸੋ ਤੁਸੀਂ ਕੀ ਕਹਿੰਦੇ ਆ, ਔਰ ਉਹ ਸਾਨੂੰ ਕੱਢਣਗੇ ਇਹਨਾਂ ਸਾਰੀਆਂ ਮੁਸ਼ਕਿਲਾਂ ਦੇ ਵਿੱਚੋਂ। ਸੋ ਮੈਂ ਚਾਹੁੰਦੀ ਹਾਂ, ਔਰ ਮੈਂ ਇਸ ਸਵਾਲ ਨੂੰ, ਇਸ ਵਾਦ ਵਿਵਾਦ ਨੂੰ ਇਸ ਤਰੀਕੇ ਦੇਖਦੀ ਹਾਂ, ਜੇ ਇਹ ਗੱਲ ਲਿਖੀ ਹੋਈ ਆ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ 10ਵੀਂ। ਹੁਣ ਜਿਹੜੀ ਇੱਥੇ ਭਗੌਤੀ ਦੀ ਗੱਲ ਆਉਂਦੀ ਹੈ ਤਾਂ ਫਿਰ ਸਾਨੂੰ ਸਮਝਣਾ ਤੇ ਪਊਗਾ ਕਿ ਭਗੌਤੀ ਕੀ ਆ। ਇਹਦੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਕੋਲੇ ਉਹਨਾਂ ਦੇ ਸ਼ਰਨ ਦੇ ਵਿੱਚ ਹੀ ਜਾਂਦੇ ਹਾਂ। ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਕਹਿੰਦੇ ਆ, ਸੋ ਭਗੌਤੀ ਜੋ ਭਗਵੰਤੇ ਜਾਣੇ, ਸੋ ਭਗੌਤੀ ਜੋ ਭਗਵੰਤੇ ਜਾਣੇ। ਹੁਣ ਭਗਵੰਤ ਨੂੰ ਕੌਣ ਜਾਣ ਸਕਦਾ? ਭਗਵੰਤ ਮਤਲਬ ਉਹ ਪਰਮਾਤਮਾ, ਉਹ ਇੱਕ ਅਕਾਲ ਪੁਰਖ, ਉਹ ਸ਼ਬਦ ਸਰੂਪ ਜਿਸ ਦਾ ਰੂਪ ਨਾ ਰੰਗ ਨਾ ਰੇਖ ਕਿਛ, ਉਹ ਸੋ ਭਗੌਤੀ ਜੋ ਭਗਵੰਤੇ ਜਾਣੇ। ਹੁਣ ਇਹ ਗੱਲ ਸਾਨੂੰ ਸਮਝਣ ਦੀ ਇੱਥੇ ਲੋੜ ਆ ਕਿ ਸਾਨੂੰ ਗੁਰੂ ਮਹਾਰਾਜ ਨੇ ਭਗੌਤੀ ਬਾਰੇ ਦੱਸਿਆ ਆ, ਔਰ ਉਹੀ ਭਗੌਤੀ ਹੈ ਨਾ। ਹੁਣ ਭਗਵੰਤ ਨੂੰ ਕੌਣ ਜਾਣ ਸਕਦਾ, ਇਸ ਗੱਲ ਨੂੰ ਸਮਝੀਏ ਆਪਾਂ। ਅਸੀਂ ਜਦੋਂ ਸ਼ਬਦ ਗੁਰੂ ਦੀ ਗੱਲ ਕੀਤੀ ਸੀ ਤਾਂ ਇੱਕ ਗੱਲ ਆਪਾਂ ਕੀਤੀ ਸੀ ਕਿ ਜਦੋਂ ਅਸੀਂ ਕਹਿੰਦੇ ਹਾਂ ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੇ ਨਾ ਤਾਂ ਗੁਰੂ ਦਾ ਕੋਈ ਸਰੀਰ ਹੈ, ਗੁਰੂ ਕੌਣ ਹੈ? ਸ਼ਬਦ, ਤੇ ਸੁਰਤ ਜਿਹੜੀ ਹੈ ਉਹ ਚੇਲਾ, ਯਾਨੀ ਕਿ ਸਰੀਰ ਵੀ ਚੇਲਾ ਨਹੀਂ ਆ। ਸੋ ਇਹੀ ਗੱਲ ਇੱਥੇ ਟੁਕਦੀ ਆ। ਹੁਣ ਜਿਹੜਾ ਭਗਵੰਤ ਨੂੰ ਜਾਣ ਰਿਹਾ ਹੈ ਉਹ ਕੌਣ ਹੈ? ਉਹ ਭਗੌਤੀ ਹੈ। ਔਰ ਭਗੌਤੀ ਕੌਣ ਜਾਣ ਸਕਦਾ ਭਗਵੰਤ ਨੂੰ? ਗੁਰਮਤ ਹੀ ਭਗਵੰਤ ਨੂੰ ਜਾਣ ਸਕਦੀ ਹੈ। ਜਿਹੜਾ ਇਹ ਸਰੀਰ ਹੈ, ਪੰਜ ਭੌਤਿਕ ਸਰੀਰ ਹੈ, ਇਸ ਤੇ ਕੈਪੇਬਿਲਿਟੀ ਨਹੀਂ ਕਿ ਭਗਵੰਤ ਕੌਣ ਹੈ, ਜਿਹੜਾ ਪਰਮਾਤਮਾ ਹੈ, ਜਿਹੜਾ ਸ਼ਬਦ ਰੂਪ ਦੇ ਵਿੱਚ ਸਥਾਪਿਤ ਹੈ, ਉਸ ਨੂੰ ਸਮਝੇ ਜਾਂ ਜਾਣੇ। ਕਿਉਂਕਿ ਸਮਝਣਾ ਤੇ ਸੁਰਤ ਨੇ ਹੈ ਨਾ ਜੀ, ਕਿਉਂਕਿ ਚੇਲਾ ਹੀ ਸੁਰਤ ਹੈ। ਤੇ ਇਹ ਤਾਂ ਹੋ ਨਹੀਂ ਸਕਦਾ ਕਿ ਚੇਲਾ ਕੋਈ ਹੋਰ ਹੋਵੇ ਤੇ ਉਹਦਾ ਫਲ ਜਾਂ ਉਹਦੀ ਜਿਹੜੀ ਨੌਲੇਜ ਆ ਉਹ ਕਿਸੇ ਹੋਰ ਨੂੰ ਮਿਲ ਜੇ। ਜੇ ਸੁਰਤ ਚੇਲਾ ਹੈ ਤਾਂ ਸਰੀਰ ਨੂੰ ਜਿਹੜੀ ਐਨਲਾਈਟਨਮੈਂਟ ਆ ਉਹ ਨਹੀਂ ਮਿਲੂਗੀ। ਐਨਲਾਈਟਨਮੈਂਟ ਵੀ ਜਿਹੜੀ ਆ ਉਹ ਸੁਰਤ ਨੂੰ ਹੀ ਮਿਲਣੀ ਹੈ। ਤਾਂ ਅਗਰ ਸੁਰਤ ਚੇਲਾ ਹੈ ਤਾਂ ਫਿਰ ਜਿਹੜੀ ਗੁਰਮਤ ਆ, ਗੁਰਬਾਣੀ ਦੇ ਥਰੂ ਅਸੀਂ ਆਪਣੀ ਜਿਹੜੀ ਮੱਤ ਹੈ, ਜੋ ਆਪਣੀ ਸੁਰਤ ਹੈ, ਗੁਰਬਾਣੀ ਦੇ ਲੜ ਲੱਗ ਕੇ ਅਸੀਂ ਉਸ ਸ਼ਬਦ ਗੁਰੂ ਨੂੰ ਪਹਿਚਾਨਣਾ, ਇਹੀ ਹੈ। ਔਰ ਉਹੀ ਸ਼ਬਦ ਗੁਰੂ ਸਾਡਾ ਗੁਰੂ ਹੋਊਗਾ, ਔਰ ਉਸੇ ਸ਼ਬਦ ਨੇ ਸਾਨੂੰ ਭਗਵੰਤ ਨੂੰ ਜਾਣਨ ਦੇ ਵਿੱਚ ਮਦਦ ਕਰਨੀ ਹੈ। ਸੋ ਭਗਵੰਤ ਨੂੰ ਜਾਣ ਕੌਣ ਸਕਦਾ? ਇਹ ਸਰੀਰ ਨਹੀਂ ਜਾਣ ਸਕਦਾ। ਭਗਵੰਤ ਨੂੰ ਜਾਣ ਸਕਦੀ ਹੈ ਮੱਤ, ਵਿਵੇਕ ਬੁੱਧੀ, ਔਰ ਵਿਵੇਕ ਬੁੱਧੀ ਹੈ ਸਾਡੀ, ਜਿਹਨੂੰ ਅਸੀਂ ਗੁਰਮਤ ਕਹਿ ਦਿੰਦੇ ਹਾਂ, ਉਹ ਗੁਰਮਤ ਹੈ। ਤਾਂ ਗੁਰਮਤ ਜਿਹੜੀ ਆ ਉਹ ਭਗਵੰਤ ਨੂੰ ਜਾਣਦੀ ਹੈ। ਸੋ ਭਗੌਤੀ ਕੀ ਹੋਇਆ? ਗੁਰਮਤ। ਤੇ ਜਦੋਂ ਆਪਾਂ ਇਹ ਕਹਿੰਦੇ ਆ ਸ਼੍ਰੀ ਭਗੌਤੀ ਜੀ ਸਹਾਏ, ਤਾਂ ਫਿਰ ਉਦੋਂ ਗੁਰਮਤ ਦੀ ਗੱਲ ਹੋ ਰਹੀ ਆ। ਉਸ ਤੋਂ ਬਾਅਦ ਆਪਾਂ ਅੱਗੇ ਵੀ ਗੱਲ ਕਰਾਂਗੇ ਕਿ ਸ਼੍ਰੀ ਲੱਗਦਾ ਤਾਂ ਕਿਵੇਂ ਚੇਂਜ ਹੋ ਜਾਂਦੀ ਹੈ ਚੀਜ਼। ਬੜਾ ਕਲੀਅਰ ਕੱਟ ਅੱਗੇ ਜਦੋਂ ਆਪਾਂ ਚੱਲਦੇ ਹਾਂ ਤਾਂ ਫਿਰ ਲਿਖਿਆ ਹੈ, ਭਗੌਤੀ ਭਗਵੰਤ ਭਗਤ ਕਾ ਰੰਗ, ਭਗੌਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਦੁਸ਼ਟ ਕਾ ਸੰਗ, ਮਨ ਤੇ ਬਿਨਸੇ ਸਗਲ ਪਰਮ, ਕਰ ਪੂਜੇ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲਕ ਹੋਵੇ, ਤਿਸ ਭਗੌਤੀ ਕੀ ਮਤ ਉੱਤਮ ਹੋਵੇ, ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਮਨ ਤਨ ਅਰਪੇ ਬਿਸਨ ਪ੍ਰੀਤ, ਹਰ ਕੇ ਚਰਨ ਹਿਰਦੇ ਬਸਾਵੇ, ਨਾਨਕ ਐਸਾ ਭਗੌਤੀ ਭਗਵੰਤ ਕੋ ਪਾਵੇ। ਹੁਣ ਇਹਦੇ ਵਿੱਚ ਇਹ ਹੈ ਕਿ ਸਾਨੂੰ ਇਹ ਸਮਝਣਾ ਪਊਗਾ ਕਿ ਭਗੌਤੀ ਦੀ ਪ੍ਰੋਪਰ ਡੈਫੀਨੇਸ਼ਨ ਕੀ ਆ। ਇਹ ਤਾਂ ਕਹਿ ਦਿੱਤਾ ਰਾਈਟ, ਇਹ ਗੱਲ ਤਾਂ ਹੋ ਗਈ, ਸੋ ਭਗੌਤੀ ਜੋ ਭਗਵੰਤੇ ਜਾਣੇ, ਇਹ ਗੱਲ ਤਾਂ ਹੋ ਗਈ। ਪਰ ਅੱਗੇ ਉਹਦੇ ਹੁਣ ਜਿਹੜੇ ਉਹਦੇ ਕਰੈਕਟਰਿਸਟਿਕਸ ਆ ਉਹ ਕੀ ਆ, ਤਾਂ ਉਹ ਗੁਰੂ ਪਾਤਸ਼ਾਹ ਦੱਸਦੇ ਆ, ਭਗੌਤੀ ਭਗਵੰਤ ਭਗਤ ਕਾ ਰੰਗ, ਕਿ ਉਹ ਭਗੌਤੀ ਜਿਸ ਨੂੰ ਸਿਰਫ ਉਸ ਭਗਵੰਤ, ਉਸ ਇੱਕ ਅਕਾਲ ਪੁਰਖ ਦੀ ਭਗਤੀ ਦਾ ਰੰਗ ਹੋਵੇ, ਉਹ ਭਗੌਤੀ ਆ। ਸਗਲ ਤਿਆਗੇ ਦੁਸ਼ਟ ਕਾ ਸੰਗ। ਹੁਣ ਇੱਥੇ ਜਿਹੜਾ ਦੁਸ਼ਟ ਹੈ ਨਾ, ਇਹਨੂੰ ਸਮਝ ਲਈਏ ਆਪਾਂ। ਦੁਸ਼ਟ ਦਾ ਮਤਲਬ ਹੁੰਦਾ ਸਿਨਰ, ਤੇ ਸਿਨਰ ਇੱਥੇ ਸਿਰਫ ਉਹ ਨਹੀਂ ਆ ਜਿਹੜੇ ਤੁਹਾਡੇ, ਜਿਹਨੂੰ ਆਪਾਂ ਕਹਿੰਦੇ ਆ ਕਿ ਬੈਡ ਕੰਪਨੀ ਜਾਂ ਤੁਹਾਡੀ ਸੋਸ਼ਲ ਕੰਪਨੀ, ਉਹ ਨਹੀਂ ਆ ਕਿ ਜਿਹੜੇ ਪਾਪੀ ਆ ਉਹਨਾਂ ਦੇ ਨਾਲ, ਸਿਰਫ ਉਨੀ ਕੁ ਗੱਲ ਨਹੀਂ ਆ। ਕਿਉਂਕਿ ਜਿਹੜੀ ਤੁਹਾਡੀ ਮੱਤ ਹੈ, ਭਗੌਤੀ ਤੁਹਾਡੀ ਮੱਤ ਨੇ ਬਣਨਾ, ਤਾਂ ਇਸ ਕਰਕੇ ਤੁਹਾਡੀ ਮੱਤ ਦੇ ਜਿਹੜੇ ਦੁਸ਼ਟ ਨੇ, ਜਿਨ੍ਹਾਂ ਦੀ ਉਹ ਸੰਗਤ ਕਰ ਸਕਦੀ ਆ, ਉਹ ਕੌਣ ਹੈ? ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ। ਜਦੋਂ ਸਗਲ ਦੁਸ਼ਟ ਕਾ ਸੰਗ ਇਹ ਤਿਆਗ ਦਿੰਦੀ ਹੈ, ਜਿਹੜੀ ਤੁਹਾਡੀ ਮੱਤ ਹੈ ਉਹ ਇਹਨਾਂ ਦਾ ਸੰਗ ਤਿਆਗ ਦਿੰਦੀ ਹੈ, ਬੇਸ਼ੱਕ ਇਹਨੂੰ ਕੰਟਰੋਲ ਕਰਕੇ ਜਾਂ ਕਿਸੇ ਵੀ ਤਰੀਕੇ ਨਾਲ। ਜਿਹੜੀ ਮੈਂ ਵਾਲੀ ਗੱਲ ਹੈ ਨਾ, ਜਦੋਂ ਆਪਾਂ ਉਹ ਵਿੱਚੋਂ ਮਾਈਨਸ ਕਰਨੀ ਸ਼ੁਰੂ ਕਰਦੇ ਹਾਂ, ਉਦੋਂ ਜਿਹੜੀ ਗੁਰੂ ਪਾਤਸ਼ਾਹ ਅਗਲੀ ਲਾਈਨ ਸਾਨੂੰ ਦੱਸਦੇ ਨੇ, ਮਨ ਤੇ ਬਿਨਸੇ ਸਗਲ ਪਰਮ। ਜਦੋਂ ਅਸੀਂ ਆਪਣੇ ਇਹਨਾਂ ਦੁਸ਼ਟਾਂ ਤੋਂ ਦੂਰ ਹੁੰਦੇ ਹਾਂ, ਜਦੋਂ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ
ਜਿਹੜੇ ਸਾਡੇ ਇਹ 5 ਵਿਕਾਰ ਨੇ। ਹੁਣ ਵਿਕਾਰ ਆਪਾਂ ਇਹਨਾਂ ਨੂੰ ਕਦੋਂ ਕਹਿੰਦੇ ਆ? ਦੇਖੋ, ਹਰ ਇੱਕ ਚੀਜ਼ ਜਿਹੜੀ ਆ ਉਹ ਕੰਟਰੋਲਡ ਫਾਰਮ ਦੇ ਵਿੱਚ ਠੀਕ ਲੱਗਦੀ ਆ। ਜਦੋਂ ਆਪਾਂ ਨਿਊਕਲੀਅਰ ਰਿਐਕਸ਼ਨ ਦੀ ਅਗਰ ਆਪਾਂ ਸਾਇੰਟੀਫਿਕਲੀ ਗੱਲ ਕਰੀਏ, ਜਦੋਂ ਤੱਕ ਉਹ ਕੰਟਰੋਲਡ ਆ ਤਾਂ ਉਹ ਤੁਹਾਡੇ ਲਈ ਹੈਲਪਫੁਲ ਆ। ਜਦੋਂ ਅਨਕੰਟਰੋਲਡ ਹੋ ਜਾਂਦਾ ਫਿਰ ਉਹ ਨਿਊਕਲੀਅਰ ਐਕਸਪਲੋਜਨ ਕਰਦਾ ਆ। ਦੈਟ ਇਜ਼ ਦੀ ਸੇਮ ਥਿੰਗ। ਇਹ ਇੰਨੀ ਕੀ ਚੀਜ਼ ਆਪਾਂ ਇੱਥੇ ਸਮਝਣੀ ਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੁਹਾਡੇ 5 ਵਿਕਾਰ ਨੇ। ਆਪਣੇ ਹਰ ਕਿਸੇ ਦੇ ਨਾਲ ਉਹ ਹੈਗੇ ਆ। ਕਿਤੇ ਨਾ ਕਿਤੇ ਉਹ ਜੀਵਨ ਜਿਹੜਾ ਆਪਾਂ ਚਲਾਉਣ ਲਈ ਉਹ ਥੋੜ੍ਹੇ ਬਹੁਤ ਜ਼ਰੂਰੀ ਵੀ ਹੈ, ਪਰ ਉਹ ਸਾਡੀ ਕੰਟਰੋਲ 'ਚ ਹੋਣੀ ਚਾਹੀਦੀ ਹੈ। ਤਾਂ ਹੀ ਤਾਂ ਗੁਰੂ ਪਾਤਸ਼ਾਹ ਕਹਿੰਦੇ ਜੇ ਨਾ, ਮਨ ਜੀਤੇ ਜਗ ਜੀਤ। ਇਹੀ ਗੱਲ ਹੈ ਨਾ। ਜਦੋਂ ਆਪਾਂ ਕਹਿੰਦੇ ਸਗਲ ਤਿਆਗੇ ਦੁਸ਼ਟ ਕਾ ਸੰਗ, ਭਗੌਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਦੁਸ਼ਟ ਕਾ ਸੰਗ, ਕਿ ਉਹ ਭਗੌਤੀ ਜੋ ਸਿਰਫ ਇੱਕੋ ਹੀ ਪਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ, ਔਰ ਉਸ ਨੇ ਇਹਨਾਂ ਸਾਰੇ ਜਿਹੜੇ, ਕਿਉਂਕਿ ਮੱਤ ਹੈ, ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਭਗੌਤੀ ਮੱਤ ਦੀ ਗੱਲ ਕਰ ਰਿਹਾ ਹੈ, ਕਿਉਂਕਿ ਜਿਹੜੀ ਚੇਲਾ ਹੀ ਜਦੋਂ ਸੁਰਤ ਹੋਈ ਤਾਂ ਫਿਰ ਸਰੀਰ ਭਗੌਤੀ ਨਹੀਂ ਹੋ ਸਕਦਾ, ਫਿਰ ਮੱਤ ਭਗੌਤੀ ਹੋਊਗੀ। ਔਰ ਉਸ ਮੱਤ ਨੇ ਜਿਹੜੇ ਤੁਹਾਡੇ ਆਸ-ਪਾਸ ਜਿਹੜੇ ਦੁਸ਼ਟ ਨੇ, ਜਿਹੜੇ ਉਹਨੂੰ ਪਾਪ ਵਾਸਤੇ ਮਜਬੂਰ ਕਰਦੇ ਆ, ਉਹਨਾਂ ਦੇ ਵਿੱਚੋਂ ਹੌਲੀ-ਹੌਲੀ ਆਪਣੇ ਆਪ ਨੂੰ ਦੂਰ ਕਰਨਾ। ਮਨ ਤੇ ਬਿਨਸੇ ਸਗਲ ਭਰਮ। ਹੁਣ ਜਦੋਂ ਤੁਹਾਡੀ ਮੱਤ ਨੂੰ ਇਹ ਪਤਾ ਲੱਗ ਗਿਆ ਕਿ ਮੈਂ ਇਸ ਬਹੁਤ ਵੱਡੇ ਵਰਤਾਰੇ ਦਾ ਇੱਕ ਛੋਟਾ ਜਿਹਾ ਪਹਿਲੂ ਹਾਂ, ਪਰ ਮੇਰੇ ਵਿੱਚ ਇੰਨੀ ਵੀ ਕਾਬਲੀਅਤ ਹੈਗੀ ਆ ਕਿ ਮੈਂ ਸ਼ਬਦ ਗੁਰੂ ਦੇ ਲੜ ਲੱਗ ਕੇ ਉਸ ਜਿਹੜਾ ਅਨਹਦ ਨਾਦ ਆ ਉਹਦੇ ਨਾਲ ਇੱਕਮਿਕ ਵੀ ਹੋ ਸਕਦਾ, ਤਾਂ ਉਦੋਂ ਉਹ ਗੱਲ ਕੀ ਬਣ ਜਾਂਦੀ ਆ ਕਿ ਉਦੋਂ ਫਿਰ ਤੁਹਾਡੇ ਅੰਦਰੋਂ ਜਿਹੜੇ ਭਰਮ ਨੇ ਉਹ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ। ਫਿਰ ਤੁਸੀਂ ਉਸ ਪਰਮ ਪ੍ਰਾਪਤੀ ਵੱਲ ਵਧਣਾ ਸ਼ੁਰੂ ਕਰਦੇ ਆ। ਫਿਰ ਤੁਹਾਡਾ ਇੱਕ ਜਿਹੜੀ ਇੱਕ ਅਲੌਕਿਕ ਕਿਰਦਾਰ ਆ ਉਹ ਨਿਕਲਦਾ, ਕਿਉਂਕਿ ਤੁਹਾਡੇ ਅੰਦਰੋਂ ਮੈਂ ਮੁੱਕ ਜਾਂਦੀ ਆ। ਜਿਹੜੀ ਮੈਂ ਸਭ ਤੋਂ ਵੱਡਾ ਮੈਂ ਕੀਤਾ। ਅੱਜ ਜੇ ਆਪਾਂ ਸਾਰੇ ਪਾਸੇ ਵੇਖੀਏ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਪਾਪੀ ਬੰਦਾ, ਧਿਆਨ ਨਾਲ ਅਗਰ ਆਪਾਂ ਉਸ ਦੇ ਕਰੈਕਟਰ ਨੂੰ ਐਨਾਲਾਈਜ਼ ਕਰੀਏ ਕਿ ਉਹ ਪਾਪੀ ਕਿਉਂ ਆ, ਉਹ ਕਿਉਂ ਪਾਪੀ ਆ, ਕਿਉਂਕਿ ਉਹਨੂੰ ਇਹ ਲੱਗਦਾ ਕਿ ਮੈਂ ਸਭ ਤੋਂ ਵੱਡਾ, ਮੇਰੀ ਈਗੋ ਸਭ ਤੋਂ ਵੱਡੀ। ਅੱਜ ਜਿਹੜਾ ਆਪਣਾ ਉੱਥੇ ਫਾਰਮਰ ਪ੍ਰੋਟੈਸਟ ਚੱਲ ਰਿਹਾ, ਜੇ ਆਪਾਂ ਧਿਆਨ ਨਾਲ ਦੇਖੀਏ ਉਹਨੂੰ ਤਾਂ ਗੱਲ ਤਾਂ ਕੋਈ ਵੀ ਨਹੀਂ, ਇੱਥੋਂ ਤੱਕ ਵੀ ਉਹ ਆ ਗਏ ਕਿ 1.5 ਸਾਲ ਜਿਹੜਾ ਹੈਗਾ ਉਹਨੂੰ ਟਾਲ ਦਈਏ, ਪਰ ਖ਼ਤਮ ਨਹੀਂ ਅਸੀਂ ਕਰ ਸਕਦੇ। ਤੁਸੀਂ ਸਾਨੂੰ ਹੋਰ ਜੋ ਮਰਜ਼ੀ ਮੰਗ ਲਓ। ਉਹ ਕੀ ਆ? ਉਹ ਈਗੋ ਆ। ਅੱਜ ਅਸੀਂ ਇਹ ਸਾਰੇ ਕਹਿ ਰਹੇ ਹਾਂ ਕਿ ਉਹ ਬਹੁਤ ਪਾਪੀ ਹਕੂਮਤ ਆ। ਉਹ ਕਿਉਂ ਆ? ਕਿਉਂਕਿ ਉਹਨਾਂ ਦੀ ਈਗੋ ਖੜੀ ਆ। ਜੇ ਉਹਨਾਂ ਦੇ ਵਿੱਚ ਈਗੋ ਨਾ ਹੋਵੇ ਤਾਂ ਉਹ ਸੋਚਣ ਕਿ ਇੰਨੇ ਲੋਕ ਖੱਜਲ ਹੋ ਰਹੇ ਆ, ਅਸੀਂ ਗਲਤ ਕੰਮ ਕੀਤਾ ਆ, ਸਾਡੇ ਕੋਲੋਂ ਗਲਤੀ ਹੋ ਗਈ ਆ, ਮੰਨ ਲੈਣ ਦੇ ਵਿੱਚ ਕੀ ਪ੍ਰੋਬਲਮ, ਪਰ ਨਹੀਂ ਮੰਨ ਸਕਦੇ, ਕਿਉਂਕਿ ਉਹ ਜਿਹੜੀ ਈਗੋ ਹੈ ਨਾ, ਉਹ ਕਿਤੇ ਨਾ ਕਿਤੇ ਉਹਨਾਂ ਨੂੰ ਖਰਾਬ ਕਰਦੀ ਆ, ਉਹ ਈਗੋ ਵਿੱਚ ਲੱਗਦੀ ਆ। ਇਸੇ ਕਰਕੇ ਉਹ ਭਗੌਤੀ ਨਹੀਂ ਹੋ ਸਕਦੇ। ਸਾਨੂੰ ਇਹ ਜਿਹੜੀਆਂ ਲਾਈਨਸ ਨੇ, ਇਹਨਾਂ ਨੂੰ ਸਾਨੂੰ ਬਿਲਕੁਲ ਤੋੜ ਕੇ ਸਮਝਣਾ ਪੈਣਾ ਆ, ਸਾਨੂੰ ਡਿਸਕਸ ਕਰਨਾ ਪੈਣਾ ਆ। ਸੋ ਭਗੌਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਦੁਸ਼ਟ ਕਾ ਸੰਗ, ਮਨ ਤੇ ਬਿਨਸੇ ਸਗਲ ਭਰਮ, ਕਰ ਪੂਜੇ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲ ਖੋਵੇ, ਤਿਸ ਭਗੌਤੀ ਕੀ ਮਤ ਉੱਤਮ ਹੋਵੇ। ਹੁਣ ਉਹ ਕਹਿੰਦੇ ਸਾਧ ਸੰਗ। ਹੁਣ ਇੱਕ ਗੱਲ ਇਹ ਵੀ ਹੈ, ਸਾਧ ਤੋਂ ਮਤਲਬ ਇਹ ਨਹੀਂ ਕਿ ਤੁਸੀਂ ਇੱਕ ਸਪੈਸੀਫਿਕ ਤਰ੍ਹਾਂ ਦੇ ਕੱਪੜੇ ਪਾ ਲਏ ਔਰ ਤੁਸੀਂ ਇੱਕ ਸਪੈਸੀਫਿਕ ਤਰ੍ਹਾਂ ਦੀ ਜਿਹੜੀ ਹੈਗੀ ਆ ਉਹ ਸਟੇਜ ਸਜਾ ਲਈ, ਔਰ ਉਸ ਤੋਂ ਬਾਅਦ ਤੁਹਾਡੇ ਸਾਰੇ ਥੋੜ੍ਹੇ ਬਹੁਤ ਜਿਹੜੇ ਹੈਗੇ ਆ ਉਹ ਤੁਹਾਡੇ ਚੇਲੇ ਬਣ ਗਏ, ਐਂਡ ਦੈਟ ਇਜ਼ ਇਟ। ਇਹ ਨਹੀਂ ਹੁੰਦਾ। ਸਾਧ ਸੰਗ ਜਦੋਂ ਆਪਾਂ ਕਵਾਂਗੇ ਤਾਂ ਉਸ ਦਾ ਮਤਲਬ ਹੈ ਉਹ ਸਾਧੂ। ਸਾਧੂ ਕੌਣ? ਜਿਹਨੇ ਆਪਣੇ ਆਪ ਨੂੰ ਸਾਧ ਲਿਆ, ਜਿਸ ਨੇ ਇਹਨਾਂ ਜਿਹੜੇ ਇਹ ਵਕਾਰ ਨੇ। ਕਿਉਂਕਿ ਦੇਖੋ, ਹੁਣ ਉਹ ਸਾਧ ਸੰਗ, ਜਦੋਂ ਤੁਸੀਂ ਕਿਸੇ ਨਾਲ ਵੀ ਸੰਗ ਕਰੋਗੇ ਤਾਂ ਸਾਧ, ਅਗਰ ਆਪਾਂ ਹਿਊਮਨ ਫਾਰਮ ਦੇ ਵਿੱਚ ਦੇਖੀਏ, ਜਿਨ੍ਹਾਂ ਨੇ ਇਹਨਾਂ ਸਾਰੇ ਵਿਕਾਰਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਆ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ, ਉਹ ਸਾਧ ਹੋ ਗਏ। ਤਾਂ ਸਾਧ ਸੰਗ ਪਾਪਾ ਮਲਕ ਹੋਵੇ, ਔਰ ਉਹਨਾਂ ਦੇ ਫਿਰ ਜਦੋਂ ਤੁਸੀਂ ਸਾਧ ਸੰਗ ਕਰਦੇ ਆ ਤਾਂ ਫਿਰ ਉਹ ਜਿਹੜੇ ਪਾਪ ਨੇ ਉਹਨਾਂ ਦੀ ਮੈਲ ਖੋਈ ਜਾਂਦੀ ਆ। ਤਿਸ ਭਗੌਤੀ ਕੀ ਮਤ ਉੱਤਮ ਹੋਵੇ। ਹੁਣ ਭਗੌਤੀ ਦੇ ਵਿੱਚ ਵੀ ਅਲੱਗ-ਅਲੱਗ ਕੈਟਾਗਰੀਜ਼ ਹੋ ਗਈਆਂ ਕਿ ਭਗੌਤੀ ਤਾਂ ਤੁਸੀਂ ਹੈਗੇ ਆ, ਕਿਉਂਕਿ ਆਪਾਂ ਸ਼੍ਰੀ ਭਗੌਤੀ ਵੱਲ ਵਧਣਾ ਕਿ ਸ਼੍ਰੀ ਕਿਉਂ ਨਾਲ ਲੱਗ ਗਿਆ, ਤਾਂ ਸਮਝਣਾ ਪਊਗਾ ਕਿ ਪਹਿਲਾਂ ਭਗੌਤੀ ਉਹ ਕਹਿੰਦੇ ਆ ਕਿ ਜਿਹੜਾ ਭਗਤੀ ਸਿਰਫ ਇੱਕ ਪਰਮਾਤਮਾ ਦੀ ਕਰਦਾ, ਉਸ ਦੇ ਰੰਗ 'ਚ ਰੰਗਿਆ ਹੋਇਆ। ਨਾਲ ਹੀ ਉਹ ਕਹਿੰਦੇ ਨੇ ਕਿ ਜਿਹੜੇ ਦੁਸ਼ਟ ਉਹਦੇ ਅੰਦਰ ਵਿਕਾਰ ਨੇ ਉਹਨਾਂ ਦਾ ਸੰਗ ਤਿਆਗਦਾ ਹੈ, ਔਰ ਨਾਲ ਹੀ ਉਸ ਦੇ ਨਾਲ ਹੀ ਕਹਿੰਦੇ ਕਿ ਮਨ ਤੇ ਬਿਨਸੇ ਸਗਲ ਭਰਮ। ਉਦੋਂ ਤੱਕ ਤਾਂ ਠੀਕ ਆ। ਫਿਰ ਉਹ ਨਾਲ ਉਸ ਤੋਂ ਬਾਅਦ ਜਦੋਂ ਅਗਲੀਆਂ ਗੱਲਾਂ ਨੇ ਕਿ ਜਿਹੜੇ ਪਾਪਾਂ ਦੀ ਮੈਲ ਉਹਦੇ ਉੱਤੇ ਜੰਮੀ ਹੋਈ ਆ, ਕਿਉਂਕਿ ਸਟੈਪ ਬਾਏ ਸਟੈਪ ਚੱਲਣਾ ਪਊਗਾ ਨਾ।
ਮੇਰੇ ਜਦੋਂ ਈਗੋ ਮੇਰੇ ਅੰਦਰੋਂ ਨਿਕਲੀ ਤਾਂ ਅਗਲਾ ਸਟੈਪ ਮੇਰਾ ਕੀ ਹੋਣਾ ਚਾਹੀਦਾ ਕਿ ਜੋ ਮੈਂ ਆਲਰੇਡੀ ਪਾਪ ਕਰਕੇ ਆਪਣੇ ਮਨ ਦੇ ਉੱਤੇ ਮੈਲ ਜਮ੍ਹਾਂ ਕਰ ਲਈ ਆ, ਚਾਹੇ ਉਹ ਪਾਪ ਦੀ ਹੋਵੇ, ਚਾਹੇ ਉਹ ਕਿਸੇ ਨਾਲ ਨਫ਼ਰਤ ਦੀ ਹੋਵੇ, ਚਾਹੇ ਉਹ ਵੈਰ ਦੀ ਹੋਵੇ, ਚਾਹੇ ਜਿਸ ਤਰ੍ਹਾਂ ਦੀ ਵੀ ਪਾਪਾਂ ਦੀ ਮੈਲ ਮੈਂ ਆਪਣੇ ਉੱਤੇ ਜਮ੍ਹਾਂ ਕਰ ਲਈ ਆ, ਫਿਰ ਉਹਨਾਂ ਤੋਂ ਵੀ ਤਾਂ ਮੈਨੂੰ ਨਿਜਾਤ ਪਾਉਣੀ ਪੈਣੀ ਹੈ ਨਾ। ਜਦੋਂ ਮੈਂ ਉਹ ਕਰ ਲਿਆ, ਫਿਰ ਆਉਣਾ ਹੈ ਤਿਸ ਭਗਉਤੀ ਕੀਮਤ ਉੱਤਮ ਹੋਵੇ, ਭਗਵੰਤ ਕੀ ਟਹਿਲ ਕਰੇ ਨਿਤ ਨੀਤ। ਹੁਣ ਇਹ ਜਿਹੜੀ ਲਾਈਨ ਹੈ ਇਹ ਆਪਣੇ ਆਪ ਦੇ ਵਿੱਚ ਹੀ ਬੜੀ ਐਕਸਪਲੇਨੇਟਰੀ ਹੈ। ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮਤਲਬ ਜੋ ਭਗਵੰਤ ਉਸ ਪਰਮਾਤਮਾ ਦੀ ਸਰਵਿਸ ਦੇ ਵਿੱਚ ਲੱਗਾ ਰਹਿੰਦਾ ਹਮੇਸ਼ਾ। ਹੁਣ ਇੱਥੇ ਸਮਝ ਲਈਏ ਕਿ ਜਿਹੜਾ ਸਾਡਾ ਸਰੀਰ ਹੈ, ਪੰਜ ਭੌਤਿਕ ਸਰੀਰ ਹੈ, ਇਹਨੇ ਤਾਂ ਸਾਰੇ ਦਿਨ ਦੇ ਵਿੱਚ ਕਈ ਤਰ੍ਹਾਂ ਦੇ ਕੰਮ ਕਰਨੇ ਆ। ਇਹਨੇ ਆਪਣਾ ਹੋਰ ਕੋਈ ਆਪਣੇ ਰੋਜ਼ਮਰਾ ਦੀਆਂ ਡਿਊਟੀਜ਼ ਕਰਨੀਆਂ ਆ, ਆਪਣੇ ਘਰ ਦਾ ਕੰਮ ਵੀ ਕਰਨਾ ਆ, ਤਾਂ ਫਿਰ ਇਹ ਹਮੇਸ਼ਾ ਭਗਵੰਤ ਦੀ ਸੇਵਾ 'ਚ ਕਿੱਦਾਂ ਲੱਗਾ ਰਹਿ ਸਕਦਾ? ਤੁਸੀਂ ਕਿੱਦਾਂ ਕਹਿ ਸਕਦੇ ਆ ਕਿ ਮੈਂ ਸਾਰਾ ਦਿਨ ਇੱਕੋ ਜਗ੍ਹਾ 'ਤੇ ਬੈਠਾ ਰਹਾਂ ਔਰ ਮੈਂ ਭਗਵੰਤ ਦੀ ਸੇਵਾ ਕਰੀ ਜਾਵਾਂ? ਇਹ ਤਾਂ ਹੋ ਨਹੀਂ ਸਕਦਾ ਨਾ। ਪਰ ਭਗਵੰਤ ਦੀ ਸੇਵਾ ਤੁਹਾਨੂੰ ਜਿਹੜਾ ਹੈ ਉਹ 24 ਘੰਟੇ ਕਿਵੇਂ ਕਰਨੀ ਆ? ਤੁਹਾਡੀ ਮੱਤ ਨੇ ਕਰਨੀ ਆ। ਤਾਂ ਹੀ ਮੈਂ ਵਾਰ-ਵਾਰ ਕਹਿ ਰਹੀ ਹਾਂ ਕਿ ਜਿਹੜੀ ਭਗਉਤੀ ਹੈ ਉਹ ਮੱਤ ਨੂੰ ਰੈਫਰ ਕੀਤਾ ਗਿਆ, ਉਹ ਸਰੀਰ ਨੂੰ ਰੈਫਰ ਨਹੀਂ ਕੀਤਾ ਗਿਆ। ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਕਿ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਹੋ, ਬੇਸ਼ੱਕ ਤੁਸੀਂ ਆਪਣਾ ਕੋਈ ਰੋਟੀ ਬਣਾ ਰਹੇ ਹੋ ਜਾਂ ਕੋਈ ਵੀ ਕੰਮ ਕਰ ਰਹੇ ਹੋ ਜਾਂ ਆਪਣਾ ਰੋਜ਼ਮਰਾ ਦਾ ਤੁਸੀਂ ਕਿਤੇ ਜਾ ਆ ਵੀ ਰਹੇ ਹੋ, ਸਟਿਲ ਜਿਹੜੀ ਤੁਹਾਡੀ ਮੱਤ ਹੈ, ਜਿਹੜੀ ਤੁਹਾਡੀ ਭਗਉਤੀ, ਜੋ ਤੁਹਾਡੀ ਗੁਰਮੱਤ ਹੈ, ਉਹ ਆਪਣੇ ਭਗਵੰਤ ਦੀ ਸੇਵਾ ਦੇ ਵਿੱਚ ਲੀਨ ਰਹੇ। ਉਹ ਕਿਵੇਂ ਸੇਵਾ ਦੇ ਵਿੱਚ ਲੀਨ ਰਹੇ ਕਿ ਉਸ ਦਾ ਚੇਤਾ ਤੁਹਾਡੇ ਜਿਹੜੀ ਕੌਨਸ਼ੀਅਸ ਹੈ 24 ਘੰਟੇ ਉਹ ਤੁਹਾਡੀ ਕੌਨਸ਼ੀਅਸ ਦੇ ਨਾਲ ਚੱਲਦਾ ਰਹੇ। ਔਰ ਇਹ ਹੋਊਗਾ ਕਿ ਜਦੋਂ ਤੁਸੀਂ ਆਪਾਂ ਸਾਰੇ ਜਦੋਂ ਅਸੀਂ ਭਗਵੰਤ ਜਾਂ ਪਰਮਾਤਮਾ ਜਾਂ ਉਸ ਇੱਕ ਅਕਾਲ ਪੁਰਖ ਨੂੰ ਆਪਣੇ ਨਾਲ ਲੈ ਕੇ 24 ਘੰਟੇ ਮੇਰੇ ਮਨ ਦੇ ਵਿੱਚ ਖਿਆਲ ਰਹੂਗਾ ਕਿ ਉਹ ਹੈ, ਤਾਂ ਮੇਰੇ ਹੱਥੋਂ ਕਦੀ ਵੀ ਕੋਈ ਗਲਤ ਕੰਮ ਹੋ ਹੀ ਨਹੀਂ ਸਕਦਾ। ਨਾ ਉਦੋਂ ਮੇਰੇ 'ਚ ਹੰਕਾਰ ਆਊਗਾ, ਨਾ ਇਹ ਲੱਗੂਗਾ ਕਿ ਮੈਂ ਕੀਤਾ, ਕਿਉਂਕਿ ਮੈਨੂੰ ਤਾਂ ਪਤਾ ਹੈ ਕਿ ਮੈਂ ਤਾਂ ਸਿਰਫ ਜਿਹੜੀ ਆ ਸਰੀਰ ਆ, ਜੋ ਆਪਾਂ ਪਿਛਲੀ ਐਪੀਸੋਡਸ ਦੇ ਵਿੱਚ ਇਹ ਗੱਲ ਕਰ ਚੁੱਕੇ ਕਿ ਇਹ ਜਿਹੜਾ ਸਰੀਰ ਹੈ ਇਹ ਕਰਮ ਭੂਮੀ ਆ। ਤੁਸੀਂ ਇਸ ਦੇ ਉੱਤੇ ਕੀ ਬੀਜ ਰਹੇ ਹੋ, ਕੀ ਕਰਮ ਕਰ ਰਹੇ ਹੋ, ਉਹੀ ਫਲ ਬਣਨਾ ਔਰ ਉਹੀ ਆਪਾਂ ਨੂੰ ਕੱਟਣਾ ਪੈਣਾ। ਹੁਣ ਇਹਦੇ ਵਿੱਚ ਅਗਰ ਅਸੀਂ ਪਾਪ ਜਾਂ ਦਵੈਸ਼ ਜਾਂ ਵੈਰ ਜਾਂ ਇੱਕ ਦੂਜੇ ਨੂੰ ਉੱਚਾ ਨੀਚਾ ਜੇ ਇਹੋ ਜਿਹੀਆਂ ਚੀਜ਼ਾਂ ਬੀਜਾਂਗੇ ਤਾਂ ਇਹਨਾਂ ਨੇ ਵਧਣਾ ਫੁੱਲਣਾ ਔਰ ਉਹ ਤੁਹਾਡੀ ਮੱਤ ਦੇ ਉੱਤੇ ਅਸਰ ਕਰਨਗੀਆਂ। ਇਸ ਕਰਕੇ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਉਹਦਾ ਮਤਲਬ ਸਾਫ਼ ਇਹ ਆਪ ਇੰਡੀਕੇਟਰੀ ਹੈ ਕਿ ਜਿਹੜੀ ਤੁਹਾਡੀ ਮੱਤ ਹੈ ਉਹ 24 ਘੰਟੇ ਨਿਤ ਨੀਤ ਉਹ ਉਸ ਭਗਵੰਤ ਦੀ ਸੇਵਾ ਦੇ ਵਿੱਚ ਲੱਗੀ ਰਹਿਣੀ ਚਾਹੀਦੀ ਆ। ਉਹ ਭਗਵੰਤ ਤੁਹਾਡੀ ਕੌਨਸ਼ੀਅਸ ਦੇ ਨਾਲ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ। ਇਸ ਕਰਕੇ ਮੈਂ ਬਾਰ-ਬਾਰ ਫਿਰ ਇਹੀ ਗੱਲ ਕਰੂੰਗੀ ਕਿ ਜਿਹੜੀ ਭਗਉਤੀ ਹੈ ਉਹ ਮੱਤ ਦੀ ਗੱਲ ਆ, ਉਹ ਸਰੀਰ ਦੀ ਗੱਲ ਨਹੀਂ, ਉਹ ਦੁਰਗਾ ਦੀ ਗੱਲ ਨਹੀਂ, ਉਸ ਖੰਡੇ ਦੀ ਗੱਲ ਨਹੀਂ, ਉਹ ਤੁਹਾਡੀ ਮੱਤ ਦੀ ਗੱਲ ਹੈ। ਮਨ ਤਨ ਅਰਪੇ ਬਿਸਨ ਪ੍ਰੀਤ, ਹਰ ਕੇ ਚਰਨ ਹਿਰਦੇ ਬਸਾਵੇ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ। ਹੁਣ ਆਪਾਂ ਗੱਲ ਕਿੱਥੋਂ ਸ਼ੁਰੂ ਕੀਤੀ ਸੀਗੀ? ਸੋ ਭਗਉਤੀ ਜੋ ਭਗਵੰਤੇ ਜਾਣੇ, ਇੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀਗੀ। ਤੇ ਇੱਥੇ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਕਿ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ, ਜਿਹਦਾ ਦਿਲ ਜਿਹੜਾ ਹੈ ਉਹ ਹਮੇਸ਼ਾ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੱਗਾ ਰਹੇ। ਉਹ ਭਗਉਤੀ, ਉਹ ਮੱਤ ਜਿਹੜੀ ਹੈ ਉਹ ਹਮੇਸ਼ਾ, ਕਿਉਂਕਿ ਤੁਸੀਂ ਫਿਰ ਇੱਥੇ ਵੀ ਦੁਬਾਰਾ ਉਹੀ ਗੱਲ ਆ ਜਾਂਦੀ ਹੈ, ਹਰ ਕੇ ਚਰਨ ਹਿਰਦੇ ਬਸਾਵੇ। ਹੁਣ ਤੁਸੀਂ ਹਿਰਦੇ ਆਪਣੇ ਦਿਲ ਦੇ ਵਿੱਚ ਉਹਦੇ ਚਰਨ ਬਸਾਏ ਆ ਔਰ 1 ਮਿੰਟ ਲਈ ਵੀ ਤੁਸੀਂ ਉਹਦੇ ਚਰਨਾਂ ਤੋਂ ਉਰਾ ਪਰਾਂ ਨਹੀਂ ਹੋਣਾ। ਤੁਸੀਂ ਇਸ ਕੌਨਸ਼ੀਅਸਨੈਸ ਤੋਂ ਉਹ ਉਰਾ ਪਰਾਂ ਨਹੀਂ ਹੋਣਾ ਆਪਾਂ ਕਿ ਇਹ ਤਾਂ ਬਸ ਹੁਣ ਮੈਂ ਆਪਣਾ ਕੁਛ ਹੋਰ ਕੰਮ ਕਰ ਲਾਂ, ਕਿਉਂਕਿ ਜਿਹੜੀ ਬੋਡੀ ਹੈ ਉਹ ਇੱਕ ਟਾਈਮ ਦੇ ਉੱਤੇ ਇੱਕ ਕੰਮ ਕਰ ਸਕਦੀ ਹੈ। ਕੋਈ ਲੋਕ ਬਹੁਤ ਮਲਟੀਟਾਸਕਿੰਗ ਕਰਦੇ ਹੋ, ਇੱਕ ਟਾਈਮ ਦੇ ਉੱਤੇ 2 ਕੰਮ ਕਰ ਲੈਣਗੇ, ਬਟ ਨਾਟ ਮੋਰ ਦੈਨ ਦੈਟ। ਇਸ ਤੋਂ ਵੱਧ ਆਪਾਂ ਕਰ ਨਹੀਂ ਸਕਦੇ। ਮੱਤ ਜਿਹੜੀ ਹੈ ਉਹ ਹਮੇਸ਼ਾ ਕਈ ਕੰਮ ਕਰ ਸਕਦੀ ਹੈ। ਤੁਸੀਂ ਤੁਹਾਡੇ ਹੱਥਾਂ ਦੇ ਨਾਲ ਜਿਹੜੇ ਫਿਜ਼ੀਕਲ ਵਰਕ ਆ ਤੁਸੀਂ ਕਰ ਰਹੇ ਆ, ਪਰ ਤੁਹਾਡੀ ਮੱਤ, ਤੁਹਾਡੀ ਕੌਨਸ਼ੀਅਸਨੈਸ ਦੇ ਵਿੱਚ ਹਮੇਸ਼ਾ ਜਿਹੜਾ ਭਗਵੰਤ ਹੈ ਉਹ ਨਾਲ ਚੱਲ ਰਿਹਾ ਹੈ। ਉਦੋਂ ਉਹ ਜਿਹੜਾ ਭਗਉਤੀ ਹੈ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ, ਉਹ ਭਗਉਤੀ ਭਗਵੰਤ ਨੂੰ ਪਾ ਜਾਂਦਾ। ਹੁਣ ਗੁਰਬਾਣੀ ਜਿਹੜੀ ਹੈ ਉਹ ਸਾਨੂੰ ਇੱਕ ਰਾਸਤਾ ਦਿੰਦੀ ਆ, ਅ ਵੇ ਟੂ ਗੇਨ ਦੈਟ ਗੁਰਮਤ। ਉਸ ਗੁਰਮਤ ਨੂੰ ਲੈਣ ਦਾ, ਉਸ ਗੁਰਮਤ ਨੂੰ ਅਰਨ ਕਰਨ ਦਾ ਸਾਨੂੰ ਇੱਕ ਰਾਸਤਾ ਦਿੰਦੀ ਹੈ। ਨਾਨਕ ਗੁਰਬਾਣੀ ਹਰ ਪਾਇਆ, ਹਰ ਜਪ ਜਾਪ ਸਮਾਹਾ ਹੈ। ਨਾਨਕ ਗੁਰਬਾਣੀ ਹਰ ਪਾਇਆ, ਹਰ ਜਪ ਜਾਪ ਸਮਾਹਾ ਹੈ। ਨਾਨਕ ਗੁਰਬਾਣੀ ਦੇ ਥਰੂ ਹੀ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ।
ਹੁਣ ਇੱਥੇ ਜਦੋਂ ਆਪਾਂ ਕਹਿੰਦੇ ਸੀਗੇ, ਸ਼ੁਰੂ ਕੀਤਾ ਸੀ ਸੋ ਭਗਉਤੀ ਜੋ ਭਗਵੰਤੇ ਜਾਣੇ, ਤਾਂ ਉੱਥੇ ਗੱਲ ਆ ਜਾਂਦੀ ਆ ਕਿ ਹੁਣ ਗੁਰਬਾਣੀ ਸਾਡੀ ਮਦਦ ਕਿਵੇਂ ਕਰ ਰਹੀ, ਕਿਉਂਕਿ ਗੁਰਬਾਣੀ ਗੁਰਮਤ ਹੈ। ਅਤੇ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਸ਼੍ਰੀ ਭਗਉਤੀ ਜੀ ਸਹਾਏ, ਤਾਂ ਉਹ ਉਸ ਗੁਰਬਾਣੀ ਦੀ ਗੱਲ ਕਰ ਰਹੇ ਜੋ ਸਾਡੇ ਵਰਗਿਆਂ ਨੂੰ ਵੀ ਭਗਉਤੀ ਦੀ ਲੈਵਲ ਤੱਕ ਲੈ ਕੇ ਜਾਣ ਦੀ ਸਮਰੱਥਾ ਰੱਖਦੀ ਹੈ। ਉਹ ਗੁਰਬਾਣੀ ਦੀ ਗੱਲ ਹੋ ਰਹੀ ਹੈ, ਗੁਰਮਤ ਦੀ ਗੱਲ ਹੋ ਰਹੀ ਹੈ। ਖੈਰ, ਆਪਾਂ ਅੱਗੇ ਚੱਲਦੇ ਹਾਂ। ਹੁਣ ਜਿਹੜੀ ਇਹ ਗੁਰਮਤ ਹੈ ਉਹ ਆਵੇ ਕਿੱਦਾਂ? ਇੱਥੋਂ ਤੱਕ ਤਾਂ ਪਤਾ ਲੱਗ ਗਿਆ ਕਿ ਕਿਹੜਾ ਭਗਉਤੀ ਜਿਹੜਾ ਹੈ ਉਹ ਪਰਮਾਤਮਾ ਨੂੰ, ਉਹ ਭਗਵੰਤ ਨੂੰ ਪਾ ਸਕਦਾ। ਇੱਥੋਂ ਤੱਕ ਤਾਂ ਆਪਣੀ ਗੱਲ ਹੋ ਗਈ। ਅਗਲੀ ਗੱਲ ਆਉਂਦੀ ਆ ਕਿ ਹੁਣ ਉਹ ਜਿਹੜਾ ਭਗਉਤੀ ਹੈ, ਉਹ ਗੁਰਮਤ ਹੈ, ਉਹ ਵਿਵੇਕ ਬੁੱਧੀ ਹੈ, ਉਹ ਪਾਈ ਕਿੱਦਾਂ ਜਾਵੇ? ਤਾਂ ਉਹ ਅੱਗੇ ਗੁਰੂ ਪਾਤਸ਼ਾਹ ਫਰਮਾਉਂਦੇ ਨੇ, ਸੋ ਭਗਉਤੀ ਜੋ ਭਗਵੰਤੇ ਜਾਣੇ, ਗੁਰ ਪ੍ਰਸਾਦੀ ਆਪ ਪਛਾਣੇ, ਧਾਵਤ ਰਾਖੇ ਏਕਤ ਕਰ ਆਣੇ, ਜੀਵਤ ਮਰੇ ਹਰ ਨਾਮ ਵਖਾਣੇ, ਐਸਾ ਭਗਉਤੀ ਉਤਮ ਹੋਏ, ਨਾਨਕ ਸੱਚ ਸਮਾਵੇ ਸੋਏ। ਕਹਿੰਦੇ ਨੇ ਕਿ ਸੋ ਭਗਉਤੀ ਜੋ ਭਗਵੰਤੇ ਜਾਣੇ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਗੁਰ ਪ੍ਰਸਾਦੀ ਆਪ ਪਛਾਣੇ। ਗੁਰੂ ਕਿਰਪਾ ਦੇ ਨਾਲ ਹੀ ਉਸ ਨੂੰ ਉਹ ਆਪਣੇ ਆਪ ਨੂੰ ਪਛਾਣਦਾ ਆ। ਤੁਸੀਂ ਇਹ ਜਿਹੜੀ ਗੁਰਮਤ ਹੈ ਉਹ ਆਪਾਂ ਨੂੰ ਕਿੱਦਾਂ ਮਿਲ ਸਕਦੀ ਹੈ? ਤਾਂ ਇਹ ਆਪਣੀ ਜ਼ੋਰ ਜ਼ਬਰਦਸਤੀ ਨਹੀਂ ਹੋ ਸਕਦੀ। ਜਿਵੇਂ ਆਪਾਂ ਪਿਛਲੇ ਐਪੀਸੋਡਸ ਵਿੱਚ ਵੀ ਗੱਲ ਕੀਤੀ ਸੀ ਕਿ ਗੁਰੂ ਪਾਤਸ਼ਾਹ ਸਾਨੂੰ ਸਾਫ਼ ਦੱਸ ਦਿੰਦੇ ਆ ਕਿ ਤੁਸੀਂ ਕਰਮ ਕਾਂਡ ਕਰ ਲਓ, ਤੁਸੀਂ ਆਪਣੇ ਸਰੀਰ ਨੂੰ ਕਿਸੇ ਤਰ੍ਹਾਂ ਦੇ ਵੀ ਦੁੱਖ ਤਕਲੀਫ 'ਚੋਂ ਕੱਢ ਲਓ, ਤੁਸੀਂ ਕਿਸੇ ਤਰ੍ਹਾਂ ਦੀ ਪੂਜਾ ਕਰ ਲਓ, ਕੁਛ ਮਰਜ਼ੀ ਕਰ ਲਓ, ਤੁਸੀਂ ਦਾਨ ਦਕਸ਼ਨਾ ਕਰ ਲਓ। ਤੁਸੀਂ ਇਹ ਸੋਚੋ ਕਿ ਮੈਂ ਉੱਥੇ ਆਹ ਕੰਮ ਕਰ ਲਿਆ, ਇੱਥੇ ਦਾਨ ਕਰ ਲਿਆ, ਨਹੀਂ, ਤੁਸੀਂ ਆਪਣੀ ਬੁੱਧੀ ਨਾਲ ਜ਼ੋਰ ਲਾ ਲਓ। ਉਸ ਪਰਮਾਤਮਾ ਦਾ ਅੰਤ ਪਾਇਆ ਜਾ ਨਹੀਂ ਸਕਦਾ, ਉਸ ਨੂੰ ਸਮਝਿਆ ਹੀ ਨਹੀਂ ਜਾ ਸਕਦਾ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ। ਸੋ ਫਿਰ ਕਿੱਦਾਂ ਹੋ ਸਕਦਾ ਆ? ਉਹ ਹੋ ਸਕਦਾ ਗੁਰ ਪ੍ਰਸਾਦੀ। ਉਸ ਗੁਰੂ ਦੀ ਕਿਰਪਾ ਦੇ ਨਾਲ ਹੀ, ਉਸ ਸ਼ਬਦ ਗੁਰੂ ਦੀ ਕਿਰਪਾ ਨਾਲ ਹੀ ਤੁਸੀਂ ਜਾਂ ਮੈਂ ਜਾਂ ਇਹ ਸਾਰੀ ਸ੍ਰਿਸ਼ਟੀ ਆਪਣੇ ਆਪ ਨੂੰ ਪਹਿਚਾਣ ਸਕਦੀ ਆ। ਅਸੀਂ ਜਦੋਂ ਗੁਰ ਪ੍ਰਸਾਦੀ ਆਪ ਪਛਾਣੇ। ਸੋ ਭਗਉਤੀ ਹੋਣ ਤੋਂ ਪਹਿਲਾਂ ਇਹ ਪਤਾ, ਇਹ ਕੌਨਸ਼ੀਅਸਨੈਸ ਵੀ ਤਾਂ ਹੋਣੀ ਚਾਹੀਦੀ ਹੈ ਨਾ ਕਿ ਕਿਤੇ ਨਾ ਕਿਤੇ ਜਿਹੜੀ ਆ ਸਰੀਰ ਆ, ਇਹ ਇਕੱਲਾ ਮੇਰੀ ਆਈਡੈਂਟੀਟੀ ਸਿਰਫ ਇਹ ਸਰੀਰ ਨਹੀਂ, ਇਸ ਤੋਂ ਉੱਪਰ ਕੁਛ ਆ। ਉਹ ਜਿਹੜੀ ਨੌਲੇਜ ਆਫ ਸੈਲਫ ਆ, ਉਹ ਸਿਰਫ ਗੁਰ ਪ੍ਰਸਾਦੀ ਆ ਸਕਦੀ ਆ। ਔਰ ਉਹਨੂੰ ਪਾਇਆ ਕਿੱਦਾਂ ਜਾ ਸਕਦਾ? ਸਿਰਫ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਕਿ ਗੁਰੂ ਮਹਾਰਾਜ ਕਿਰਪਾ ਕਰੋ ਔਰ ਪਤਾ ਲੱਗੇ। ਅਜੇ ਤੱਕ ਆਪਾਂ ਕਰ ਹੀ ਰਹੇ ਹਾਂ, ਸ਼ਾਇਦ ਗੁਰੂ ਮਹਾਰਾਜ ਸਾਡੇ 'ਤੇ ਤਰਸ ਕਰਨ, ਹੈ ਨਾ। ਧਾਵਤ ਰਾਖੇ ਏਕਤ ਘਰਾਣੇ। ਹੁਣ ਇੱਥੇ ਜਿਹੜੀ ਆ ਗੱਲ ਫਿਰ ਉਹ ਵਾਹਿਗੁਰੂ ਵਾਲੇ ਐਪੀਸੋਡਸ ਦੇ ਵੱਲ ਜਾਊਗੀ। ਧਾਵਤ ਰਾਖੇ ਏਕਤ ਘਰਾਣੇ, ਕਿ ਆਪਣੇ ਮਾਈਂਡ ਨੂੰ ਜਿਹੜਾ ਉਹ ਬਾਰ-ਬਾਰ ਤੁਹਾਡਾ ਦਿਮਾਗ ਕਦੀ ਇੱਧਰ ਜਾਂਦਾ ਕਦੀ ਉੱਧਰ ਜਾਂਦਾ, ਉੱਥੋਂ ਵਾਪਸ ਲੈ ਕੇ ਜੋ ਹੈ ਉਹ ਆਪਣੇ ਘਰ ਆ ਜੇ। ਜਦੋਂ ਆਪਾਂ ਵਾਹਿਗੁਰੂ ਵਾਲੇ ਐਪੀਸੋਡਸ ਕਰ ਰਹੇ ਸੀਗੇ ਅਤੇ ਉਦੋਂ ਇਹ ਗੱਲ ਡਿਸਕਸ ਅਸੀਂ ਕੀਤੀ ਸੀ ਕਿ ਜਦੋਂ ਜਿਹੜੇ ਲੋਕ ਕਹਿੰਦੇ ਨੇ ਕਿ ਵਾਹਿਗੁਰੂ ਤੋਤਾ ਰਟਨ ਆ, ਤਾਂ ਬੇਸਿਕਲੀ ਉਹ ਵਾਹਿਗੁਰੂ ਜਿਹੜਾ ਨਾਮ ਸਿਮਰਨ ਹੈ ਨਾ, ਉਹ ਤੁਸੀਂ ਪਰਮਾਤਮਾ ਲਈ ਨਹੀਂ ਕਰ ਰਹੇ। ਉਹਨੂੰ ਨਹੀਂ ਚਾਹੀਦਾ ਤੁਹਾਡਾ ਤੋਤਾ ਰਟਨ ਜਾਂ ਨਾ ਰਟਨ, ਉਹਨੂੰ ਕੋਈ ਮਤਲਬ ਨਹੀਂ ਤੁਸੀਂ ਉਹਦਾ ਨਾਮ ਲਓ ਜਾਂ ਨਾ ਲਓ, ਕਿਉਂਕਿ ਜਿਹੜਾ ਸਾਨੂੰ ਕਹਿੰਦਾ ਕਿ ਤੁਸੀਂ ਈਗੋ ਤੋਂ ਬਾਹਰ ਹੋਵੋ, ਉਹਦੀ ਤਾਂ ਈਗੋ ਹੈ ਹੀ ਨਹੀਂ। ਸੋ ਅਗਰ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਵਾਹਿਗੁਰੂ ਸਿਮਰਨ ਕਰਦੇ ਹਾਂ ਤਾਂ ਅਸੀਂ ਪਰਮਾਤਮਾ ਨੂੰ ਖੁਸ਼ ਕਰ ਰਹੇ ਹਾਂ, ਤਾਂ ਉੱਥੇ ਸਾਡੀ ਬੇਵਕੂਫੀ ਆ, ਉਹ ਗਲਤੀ ਆ। ਕਿਉਂਕਿ ਪਰਮਾਤਮਾ ਵਾਸਤੇ ਵਾਹਿਗੁਰੂ ਜਿਹੜਾ ਆਪਾਂ ਜਾਪ ਆ ਉਹ ਨਹੀਂ ਕਰਦੇ। ਇਹ ਆਪਾਂ ਗੱਲ ਕਰ ਚੁੱਕੇ ਹਾਂ ਵੈਸੇ ਪਿਛਲੇ ਐਪੀਸੋਡਸ ਦੇ ਵਿੱਚ, ਪਰ ਫਿਰ ਵੀ ਇੱਕ ਵਾਰੀ ਮੈਂ ਬੋਲ ਰਹੀ ਹਾਂ ਕਿ ਜਦੋਂ ਆਪਾਂ ਵਾਹਿਗੁਰੂ ਦਾ ਜਾਪ ਕਰਦੇ ਹਾਂ ਨਾ, ਤਾਂ ਉਹ ਅਸੀਂ ਆਪਣੇ ਮਾਈਂਡ ਨੂੰ ਡਿਸਿਪਲਿਨ ਕਰਦੇ ਹਾਂ। ਮੈਂ ਪਿਛਲੇ ਐਪੀਸੋਡਸ ਵਿੱਚ ਵੀ ਇਹ ਗੱਲ ਕੀਤੀ ਸੀਗੀ, ਦੁਬਾਰਾ ਹੀ ਗੱਲ ਕਰ ਰਹੀ ਹਾਂ ਕਿ ਬੇਸ਼ੱਕ ਇੱਕ ਐਕਸਰਸਾਈਜ਼ ਮੈਂ ਤੁਹਾਨੂੰ ਪਹਿਲਾਂ ਵੀ ਦਿੱਤੀ ਸੀ, ਆਪਾਂ ਦੁਬਾਰਾ ਕਰ ਸਕਦੇ ਹਾਂ। ਬੇਸ਼ੱਕ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਤੁਸੀਂ ਕੋਈ ਵੀ ਇੱਕ ਵਰਡ ਲੈ ਲਓ, ਕੋਈ ਵੀ ਇੱਕ ਵਰਡ ਜੋ ਵੀ ਤੁਹਾਨੂੰ ਠੀਕ ਲੱਗੇ, ਉਹ ਵਰਡ ਲੈ ਕੇ ਤੁਸੀਂ ਇਹ ਸੋਚੋ ਕਿ 5 ਮਿੰਟ ਮੈਂ ਸਿਰਫ ਅੱਖਾਂ ਬੰਦ ਕਰਕੇ ਇਸੇ ਇੱਕ ਅੱਖਰ ਦੇ ਉੱਤੇ ਆਪਣਾ ਧਿਆਨ ਰੱਖਣਾ। ਮੈਂ ਇਹੀ ਇੱਕ ਅੱਖਰ ਬੋਲਦੇ ਰਹਿਣਾ ਆਪਣੇ ਮਨ 'ਚ, ਮੂੰਹ 'ਚੋਂ ਨਹੀਂ। ਤਾਂ ਤੁਸੀਂ ਦੇਖੋਗੇ ਕਿ ਆਫਟਰ 30 ਸੈਕਿੰਡ ਮੈਂ ਬਹੁਤ ਜ਼ਿਆਦਾ ਕਹਿਤਾ, 15 ਸੈਕਿੰਡ ਤੋਂ ਬਾਅਦ ਹੀ ਬਸ ਹੋ ਜਾਂਦੀ ਹੈ, ਬਟ ਸਟਿਲ ਆਫਟਰ 30 ਸੈਕਿੰਡਸ ਤੁਸੀਂ ਇਹ ਪਾਓਗੇ ਕਿ ਜਿਹੜਾ ਦਿਮਾਗ ਹੈ ਨਾ ਉਹ ਕਿਤੇ ਹੋਰ ਚਲਾ ਗਿਆ, ਉਹ ਅੱਖਰ ਕਿਤੇ ਹੋਰ ਰਹਿ ਗਿਆ, ਤੁਹਾਡਾ ਦਿਮਾਗ ਕਿਤੇ ਹੋਰ ਚਲਾ ਗਿਆ। ਔਰ ਫਿਰ ਯੂ ਹੈਵ ਟੂ ਨੌਕ ਇਟ ਡਾਊਨ। ਫਿਰ ਤੁਹਾਨੂੰ ਨੌਕ ਕਰਨਾ ਪਊਗਾ ਕਿ ਨਹੀਂ ਵਾਪਸ ਆ, ਤੂੰ ਤਾਂ ਆਹ ਸ਼ਬਦ ਬੋਲਣਾ ਸੀ। 5 ਮਿੰਟਾਂ ਦੀ ਇਸ ਐਕਸਰਸਾਈਜ਼ ਦੇ ਵਿੱਚ ਤੁਸੀਂ ਫਾਈਂਡ ਆਊਟ ਕਰੋਗੇ ਕਿ ਜਿਹੜਾ ਆਪਣਾ ਮਨ ਹੈ ਉਹ ਕਿੰਨੀ ਵਾਰੀ ਬਦਲਦਾ ਆ, ਮਨ ਕਿੰਨੀ ਵਾਰੀ ਕਿਤੇ ਹੋਰ ਜਾਂਦਾ ਆ। ਸੋ ਭਗਉਤੀ ਹੋਣ ਵਾਸਤੇ ਸਭ ਤੋਂ ਪਹਿਲਾਂ ਇੱਕ ਤਾਂ ਗੁਰ ਪ੍ਰਸਾਦੀ, ਕਿਉਂਕਿ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ
ਤਾਂ ਪੋਸੀਬਲ ਹੀ ਨਹੀਂ ਕਿ ਆਪਾਂ ਉਸ ਰਾਸਤੇ 'ਤੇ ਵੀ ਚੱਲ ਸਕੀਏ। ਜਦੋਂ ਪਰਮਾਤਮਾ ਨੇ ਸਾਡੇ ਉੱਤੇ ਕਿਰਪਾ ਕਰ ਦਿੱਤੀ ਕਿ ਤੁਸੀਂ ਇਸ ਰਾਸਤੇ 'ਤੇ ਚੱਲ ਪਏ, ਉਸ ਤੋਂ ਅਗਲੀ ਗੱਲ ਸਾਨੂੰ ਆਪਣੇ ਮਾਈਂਡ ਨੂੰ ਟ੍ਰੇਨ ਕਰਨਾ। ਤਾਂ ਹੀ ਤਾਂ ਹੈ ਨਾ, ਮਨ ਜੀਤੇ ਜਗ ਜੀਤ। ਇਹ ਮਨ ਹੀ ਤਾਂ ਨਹੀਂ ਜਿੱਤਿਆ ਜਾਂਦਾ। ਜਿਸ ਦਿਨ ਇਹ ਮਨ ਕਾਬੂ 'ਚ ਆ ਗਿਆ, ਜਿਸ ਦਿਨ ਅਸੀਂ 5 ਮਿੰਟਾਂ ਲਈ ਆਪਣੇ ਮਾਈਂਡ ਨੂੰ, ਆਪਣੇ ਮਨ ਨੂੰ, ਆਪਣੀ ਕੌਨਸ਼ੀਅਸਨੈਸ ਨੂੰ ਇਹ ਹੁਕਮ ਨਹੀਂ ਦੇ ਸਕਦੇ ਕਿ ਆਹੀ ਇੱਕ ਅੱਖਰ ਹੈ ਅਤੇ ਤੂੰ ਇਹਨੂੰ ਹੀ ਬੋਲਣਾ, ਉਹ ਨਹੀਂ ਕਰ ਸਕਦੇ ਆਪਾਂ। ਉਸ ਚੀਜ਼ ਵਾਸਤੇ ਕਿ ਆਪਣਾ ਜਿਹੜਾ ਵੈਂਡਰਿੰਗ ਮਾਈਂਡ ਆ, ਜਿਹੜਾ ਆਪਣੀ ਕੌਨਸ਼ੀਅਸਨੈਸ ਹੈ, ਜੋ ਆਪਣਾ ਮਨ ਹੈ, ਉਹ ਕਦੀ ਕਿਤੇ ਭੱਜਦਾ, ਕਦੀ ਜੋ ਭਗੌਤੀ ਹੋਣ ਦੇ ਰਾਸਤੇ ਦੇ ਉੱਤੇ ਹੈ, ਜਿਹੜਾ ਉਹਨੂੰ ਬਾਰ-ਬਾਰ ਹਰ ਜਗ੍ਹਾ ਦੇ ਉੱਤੇ ਭਟਕਣ ਦੇ ਪਹਿਲਾਂ, ਕਿਉਂਕਿ ਦੁਨੀਆ ਹੈ ਔਰ ਦੁਨੀਆ ਦੇ ਵਿੱਚ ਹਰ ਤਰ੍ਹਾਂ ਦਾ ਰਸ ਮੌਜੂਦ ਹੈ। ਜਦੋਂ ਤੁਸੀਂ ਦੇਖੋਗੇ ਕਿ ਆ ਵੀ ਹੈ, ਆ ਸੋਹਣੀ ਚੀਜ਼ ਆ, ਮੇਰਾ ਦਿਲ ਉੱਧਰ ਵੀ ਜਾਂਦਾ। ਮੇਰਾ ਦਿਲ ਕਰਦਾ ਕਿ ਕਿਸੇ ਦੇ ਕੋਲ ਬਹੁਤ ਪਿਆਰੀ ਕੋਈ ਚੀਜ਼ ਆ, ਮੇਰੇ ਦਿਲ 'ਚ ਈਰਖਾ ਵੀ ਆਊਗੀ, ਪਰ ਫਿਰ ਮੈਨੂੰ ਆਪਣੇ ਆਪ ਨੂੰ ਰੋਕਣਾ ਕਿ ਨਹੀਂ, ਇਹ ਪਰਮਾਤਮਾ ਦਾ ਰਸਤਾ ਨਹੀਂ। ਕਿਸੇ ਨਾਲ ਮੈਨੂੰ ਬਹੁਤ ਵੈਰ ਵੀ ਹੈ ਔਰ ਮੇਰਾ ਦਿਲ ਕਰਦਾ ਕਿ ਇਹ ਤਾਂ ਦੁਨੀਆ 'ਚ ਹੀ ਨਹੀਂ ਹੋਣਾ ਚਾਹੀਦਾ, ਫਿਰ ਮੇਰਾ ਦਿਲ ਰੋਕੂਗਾ ਕਿ ਨਹੀਂ, ਤੇਰਾ ਉਹਦੇ ਨਾਲ ਵੈਰ ਨਹੀਂ ਹੋ ਸਕਦਾ। ਹਾਂ, ਮਤਭੇਦ ਹੋ ਸਕਦਾ, ਇਹ ਹੋ ਸਕਦਾ ਕਿ ਉਹ ਗਲਤ ਆ ਬਿਲਕੁਲ, ਔਰ ਜਿਹੜੀ ਮੇਰੇ ਗੁਰੂ ਨੇ ਮੈਨੂੰ ਸਿਕਸ਼ਾ ਦਿੱਤੀ ਆ ਉਹਦੇ ਨਾਲ ਉਹ ਨਹੀਂ ਚੱਲ ਰਿਹਾ, ਪਰ ਫਿਰ ਵੀ ਜੇ ਉਹ ਮੇਰੇ ਘਰ ਆਵੇ ਤਾਂ ਮੈਂ ਉਹਨੂੰ ਬਕਾਇਦਾ ਉਨੇ ਹੀ ਪਿਆਰ ਨਾਲ ਲੰਗਰ ਛਕਾ ਸਕਦੀ ਹਾਂ। ਉਹ ਹੈ ਕਿ ਆਪਣਾ ਜਿਹੜਾ ਵੈਰ ਹੈ ਨਾ, ਆਪਾਂ ਭਾਈ ਕਨਈਏ ਦਾ ਜਿਹੜਾ ਕੌਨਸੈਪਟ ਆ ਉਹ ਕਿੰਨਾ ਕੁ ਸਮਝਦੇ ਹਾਂ। ਸੋ ਹਰ ਇੱਕ ਤਰੀਕੇ ਨਾਲ ਜਦੋਂ ਇਹ ਮਨ ਇਹਨਾਂ ਵਿਕਾਰਾਂ ਵੱਲ ਭੱਜਣ ਦੀ ਕੋਸ਼ਿਸ਼ ਕਰੇ ਤਾਂ ਉਹ ਬਾਰ-ਬਾਰ ਔਰ ਕਰੂਗਾ, ਬਾਰ-ਬਾਰ ਆਪਾਂ ਉਹਨਾਂ ਨੂੰ ਵਾਪਸ ਉਸੇ ਜਗ੍ਹਾ ਦੇ ਉੱਤੇ ਲੈ ਕੇ ਆਉਣਾ ਕਿ ਨਹੀਂ, ਇਹ ਮੇਰੇ ਗੁਰੂ ਦਾ ਰਸਤਾ ਨਹੀਂ। ਜਦੋਂ ਆਪਾਂ ਇੰਨੀ ਗੱਲ ਕਰ ਲਵਾਂਗੇ, ਉਸ ਤੋਂ ਅਗਲੀ ਫਿਰ ਜਿਹੜੀ ਸਟੈਪ ਆਉਂਦਾ ਆ, ਉਹ ਪਾਤਸ਼ਾਹ ਦੱਸਦੇ ਨੇ, ਜੀਵਤ ਮਰੇ ਹਰ ਨਾਮ ਵਖਾਣੇ। ਜੀਵਤ ਮਰੇ ਹਰ ਨਾਮ ਵਖਾਣੇ। ਹੁਣ ਉਹਨੂੰ ਜੀਂਦੇ ਹੋਏ ਨੂੰ ਮਰਨਾ ਆ ਗਿਆ। ਜਿਹਨੂੰ ਜੀਂਦੇ ਹੋਏ ਨੂੰ ਮਰਨਾ ਆ ਗਿਆ, ਆਪਾਂ ਪਿਛਲੇ ਐਪੀਸੋਡ ਵਿੱਚ ਬਹੁਤ ਡਿਟੇਲ 'ਚ ਗੱਲ ਕਰ ਲਈ ਕਿ ਫਿਰ ਉਹ ਨਿਰਭੈ ਹੋ ਜਾਊਗਾ, ਫਿਰ ਉਹ ਨਿਰਵੈਰ ਹੋ ਜਾਊਗਾ, ਕਿਉਂਕਿ ਜਿਸ ਨੂੰ ਜੀਂਦੇ ਹੋਏ ਨੂੰ ਮਰਨਾ ਆ ਗਿਆ ਉਹਨੂੰ ਕੋਈ ਭੈ ਨਹੀਂ ਔਰ ਉਹਨੂੰ ਵੈਰ ਵੀ ਕੋਈ ਨਹੀਂ। ਔਰ ਨਿਰਭਉ ਨਿਰਵੈਰ ਹੋਣਾ ਹੀ ਸਾਡੇ ਮੂਲ ਮੰਤਰ ਦੇ ਵਿੱਚ ਜਿਹੜੀ ਹੈ ਉਹ ਸਾਡੇ ਪੈਰਾਮੀਟਰਸ ਵੀ ਆ। ਐਸਾ ਭਗੌਤੀ ਉੱਤਮ ਹੋਏ, ਨਾਨਕ ਸੱਚ ਸਮਾਵੇ ਸੋਏ। ਇੱਥੋਂ ਤੱਕ ਗੱਲ ਕਰਦੇ ਹੋਏ ਅੱਜ ਦਾ ਜਿਹੜਾ ਐਪੀਸੋਡ ਹੈ, ਕਿਉਂਕਿ ਸਮਾਂ ਆਪਣੇ ਕੋਲ ਖਤਮ ਹੋ ਗਿਆ, ਅੱਜ ਦਾ ਇਹ ਐਪੀਸੋਡ ਆਪਾਂ ਇੱਥੇ ਵਾਈਂਡ ਅਪ ਕਰਦੇ ਹਾਂ। ਅਗਲੇ ਐਪੀਸੋਡ ਦੇ ਵਿੱਚ ਥੋੜ੍ਹਾ ਜਿਹੜਾ ਇਹਦਾ ਰਹਿ ਗਿਆ, ਮੈਨੂੰ ਲੱਗਦਾ ਕਿ ਮੈਂ ਉਹਨੂੰ ਕੰਟੀਨਿਊ ਕਰੂੰਗੀ, ਪਰ ਅਗਲਾ ਐਪੀਸੋਡ ਜੋ ਹੈ ਉਹ ਸਾਡਾ ਕੁਐਸਚਨ ਆਨਸਰਸ ਦਾ ਐਪੀਸੋਡ ਵੀ ਹੈਗਾ। ਤੋ ਇਹ ਦੇਖੂੰਗੀ ਮੈਂ ਕਿ ਅਗਰ ਆਪਾਂ ਇਹਨੂੰ ਅਗਲੇ ਐਪੀਸੋਡ 'ਚ ਵਾਈਂਡ ਅਪ ਕਰ ਸਕਦੇ ਹਾਂ ਤਾਂ ਗੁੱਡ, ਨਹੀਂ ਤਾਂ ਫਿਰ ਉਸ ਤੋਂ ਅਗਲੇ ਜਿਹੜਾ ਕੁਐਸਚਨ ਆਨਸਰਸ ਤੋਂ ਬਾਅਦ ਵਾਲਾ ਹੈ ਉਦੋਂ ਵਾਈਂਡ ਅਪ ਕਰਾਂਗੇ। ਆਪਾਂ ਇਹ ਡਿਸਕਸ ਕਰਨਾ ਆ ਹਜੇ ਕਿ ਭਗੌਤੀ ਤਾਂ ਮੈਨੂੰ ਲੱਗਦਾ ਕਿ ਜਿਹੜੇ ਸਟੈਪ ਬਾਏ ਸਟੈਪ ਆਪਾਂ ਗੱਲ ਕਰ ਰਹੇ ਹਾਂ, ਪਰ ਪ੍ਰਿਥਮ ਭਗੌਤੀ ਸਿਮਰ ਕੇ ਤਾਂ ਹੋ ਗਿਆ ਫਿਰ ਅੱਗੇ ਪ੍ਰਿਥਮ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਫਿਰ ਆਪਾਂ ਗੁਰੂ ਨਾਨਕ ਤੋਂ ਬਾਅਦ ਜਿਹੜਾ ਹੈਗਾ ਉਹ ਕਿੱਦਾਂ ਆਉਂਦਾ ਆ, ਉਹ ਕਿਉਂ ਆ, ਉਹ ਆਪਾਂ ਸਮਝਣਾ ਆ, ਉਹ ਅਗਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ। ਅੱਜ ਦਾ ਐਪੀਸੋਡ ਮੈਨੂੰ ਲੱਗਦਾ ਇੱਥੇ ਮੈਂ ਵਾਈਂਡ ਅਪ ਕਰੂੰਗੀ। ਜਿਹੜਾ ਅਗਲਾ ਐਪੀਸੋਡ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਪਣੇ ਕੁਐਸਚਨ ਆਨਸਰਸ ਦਾ ਐਪੀਸੋਡ ਹੋਊਗਾ, ਤਾਂ ਉਹਦੇ ਵਾਸਤੇ ਕੁਝ ਕੁਐਸਚਨਸ ਜਿਹੜੇ ਆਲਰੇਡੀ ਬੈਕਲੌਗ 'ਚ ਚੱਲ ਰਹੇ ਉਹਨਾਂ ਦੇ ਜਵਾਬ ਦਊਂਗੀ। ਔਰ ਇੱਕ ਸਵਾਲ, ਬੜਾ ਖੂਬਸੂਰਤ ਸਵਾਲ ਮੈਨੂੰ ਪਿਛਲੇ ਹਫਤੇ ਜਿਹੜਾ ਆਇਆ ਆ, ਉਹਦੇ ਬਾਰੇ ਮੈਂ ਕੋਸ਼ਿਸ਼ ਕਰੂੰਗੀ ਕਿ ਉਹ ਸਵਾਲ ਮੈਂ ਅਗਲੇ ਹੀ ਐਪੀਸੋਡ ਦੇ ਵਿੱਚ ਐਡ ਕਰਾਂ, ਬਟ ਅਗਰ ਨਹੀਂ ਹੋ ਪਾਇਆ ਤਾਂ ਫਿਰ ਉਸ ਤੋਂ ਅਗਲੇ 'ਚ ਕਰਾਂਗੇ। ਤੁਸੀਂ ਆਪਣੇ ਜਿਹੜੇ ਸਵਾਲ ਨੇ ਉਹ ਸਾਨੂੰ ਲਿਖ ਕੇ ਭੇਜਦੇ ਰਹੋ। ਮੈਂ ਹਰ ਇੱਕ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗੀ, ਜਿੰਨੀ ਮੇਰੀ ਔਕਾਤ ਹੈ, ਜਿੰਨੀ ਮੇਰੀ ਸ਼ਮਤਾ ਹੈ, ਜਿੰਨੀ ਮੇਰੀ ਬੁੱਧੀ ਦੀ ਸ਼ਮਤਾ। ਔਰ ਉਸ ਤੋਂ ਵੀ ਅਗਰ ਤੁਹਾਨੂੰ ਲੱਗੇ ਕਿ ਮੇਰੇ ਕਿਸੇ ਆਨਸਰ ਦੇ ਨਾਲ ਤੁਸੀਂ ਸੈਟਿਸਫਾਈਡ ਨਹੀਂ ਹੈਗੇ, ਤਾਂ ਮੈਂ ਹਰ ਵਾਰੀ ਕਹਿੰਦੀ ਹਾਂ ਕਿ ਖੁੱਲ੍ਹਾ ਸੱਦਾ ਆ ਜੀ, ਜਿਹਨੂੰ ਲੱਗਦਾ ਆ ਕਿ ਇਸ ਨੇ ਗਲਤ ਗੱਲ ਬੋਲੀ ਆ ਜਾਂ ਇਸ ਤੋਂ ਵੱਧ ਕੁਛ ਹੋਣਾ ਚਾਹੀਦਾ ਆ, ਤੁਸੀਂ ਸਾਨੂੰ ਜ਼ਰੂਰ ਈਮੇਲ ਭੇਜੋ, ਲਿਖੋ, ਔਰ ਬਕਾਇਦਾ ਮੈਂ ਇਸ ਸਟੂਡੀਓ ਦੇ ਵਿੱਚ ਤੁਹਾਨੂੰ ਇਨਵਾਈਟ ਕਰਕੇ ਆਪਾਂ ਉਸ ਬਾਰੇ ਹੋਰ ਡਿਸਕਸ਼ਨ ਕਰ ਸਕਦੇ ਹਾਂ। ਜੇ ਤੁਹਾਨੂੰ ਲੱਗਦਾ ਕਿ ਮੈਂ ਕੋਈ ਚੀਜ਼ ਘੱਟ ਕਰ ਬੋਲ ਗਈ ਹਾਂ ਜਾਂ ਨਹੀਂ ਬੋਲੀ ਜਾਂ ਮੈਂ ਗਲਤ ਬੋਲੀ ਆ, ਤਾਂ ਤੁਸੀਂ ਮੈਨੂੰ ਜ਼ਰੂਰ ਲਿਖੋ। ਫਿਰ ਆਪਾਂ, ਕਿਉਂਕਿ ਇਹ ਜਿਹੜਾ ਮੰਚ ਹੈ ਉਹ ਇਸੇ ਲਈ ਆ ਕਿ ਜਿਹੜੇ ਆਪਣੇ ਕਨਫਿਊਜ਼ਨਸ ਆ ਉਹਨਾਂ ਨੂੰ ਦੂਰ ਕੀਤਾ ਜਾਵੇ, ਹੋਰ ਕਨਫਿਊਜ਼ਨਸ ਪਾਉਣ ਨੂੰ ਇਹ ਮੰਚ ਨਹੀਂ ਆ। ਇੰਨੀਆਂ ਗੱਲਾਂ ਕਹਿੰਦੀ ਹੋਈ ਆਪ ਸਭ को ਖਿਮਾ ਦੀ ਇਜਾਜ਼ਤ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।